1 ਸਾਲ ਬੀਤ ਚੁੱਕਾ ਹੈ 시간의 저편으로 ਅਤੇ ਪਰਮੇਸ਼ਵਰ ਨੇ ਸਾਨੂੰ 우리에게 또 ਦੂਸਰਾ 한 해를 ਨਵਾਂ ਸਾਲ 허락해 주셨습니다. ਦਿੱਤਾ ਹੈ। 올해도 ਮੇਰੀ ਆਸ ਹੈ ਕਿ ਦੁਨੀਆ ਭਰ ਵਿੱਚ 전 세계 ਸਿਓਨ ਦੀਆਂ ਸਾਰੀਆਂ ਸੰਤਾਨਾਂ 우리 하나님께 또 ਇਸ ਸਾਲ ਵੀ ਪਰਮੇਸ਼ਵਰ ਤੋਂ 시간이 또 되었으면 좋겠습니다. ਆਸ਼ੀਸ਼ ਪਾਉਣਗੀਆਂ। 아직도 이 ਮੇਰੀ ਪ੍ਰਾਰਥਨਾ ਹੈ ਕਿ ਇਸ ਸਾਲ ਪੂਰੀ ਦੁਨੀਆ ਪਿਤਾ ਅਤੇ ਮਾਤਾ ਜੀ ਦੀ ਵਡਿਆਈ ਨਾਲ ਭਰ ਜਾਵੇ, ਜਿਸ ਨਾਲ ਇਸ ਤਰ੍ਹਾਂ ਦੀ ਉੱਚੀ ਆਵਾਜ਼ ਹੋ ਸਕੇ ਕਿ ਜੋ ਭੇਡਾਂ ਹੁਣ ਤੱਕ ਇਸ ਬਾੜੇ ਦੀਆਂ ਨਹੀਂ ਹਨ ਵਾਪਸ ਆ ਸਕਣ। ਮੇਰੀ ਇਹ ਵੀ ਪ੍ਰਾਰਥਨਾ ਹੈ ਕਿ ਉਹ ਪਿਤਾ ਅਤੇ ਮਾਤਾ ਦੀਆਂ ਬਾਹਾਂ ਵਿੱਚ ਵਾਪਸ ਆਉਣ ਅਤੇ ਪਰਮੇਸ਼ਵਰ ਦੀ ਆਸ਼ੀਸ਼ ਵਿੱਚ ਤੋਬਾ ਕਰਨ। 오늘 ਅੱਜ ਦਾ ਸਿਰਲੇਖ ਹੈ, ਆਓ ਅਸੀਂ ਪਰਮੇਸ਼ਵਰ ਨੂੰ ਜਾਣੀਏ। 아버지 하나님 ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਜਾਣਨਾ 또 우리 하나님 ਮਹੱਤਵਪੂਰਨ ਹੈ। 무엇을 죄 ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਪਰਮੇਸ਼ਵਰ ਕਿਸ ਗੱਲ ਨੂੰ ਦੁਸ਼ਟ ਮੰਨਦੇ ਅਤੇ ਕਿਸ ਗੱਲ ਤੋਂ ਖੁਸ਼ ਹੁੰਦੇ ਹਨ। 모든 생 ਕੀ ਉਹ ਪਰਮੇਸ਼ਵਰ ਨਹੀਂ ਜੋ ਜੀਵਨ ਅਤੇ ਕਿਸਮਤ, ਮੌਤ ਅਤੇ ਨਾਸ਼ ਨੂੰ ਪ੍ਰਭਾਵਿਤ ਕਰਦੇ ਹਨ? 우리 인류 ਪਰਮੇਸ਼ਵਰ ਸਾਡੇ ਜੀਵਨ, 시대 ਮਨੁੱਖ ਇਤਿਹਾਸ 또 과학이 ਅਤੇ ਹਰ ਲੋਕਾਂ ਵਿੱਚ ਉਤਸੁਕਤਾ ਪੈਦਾ ਕਰਦੇ ਹਨ 발전했다라고 한다면 ਤਾਂ ਜੋ ਭਵਿੱਖਬਾਣੀਆਂ ਦੇ ਸਮੇਂ ਅਨੁਸਾਰ 하는 그 호기심 ਵਿਗਿਆਨ ਅਤੇ ਤਕਨੀਕ ਵਿੱਚ 과학이 어떤 ਵਿਕਾਸ ਹੋ ਸਕੇ। 발전을 ਆਦਮ ਦੀ ਉਤਪਤ ਤੋਂ ਬਾਅਦ 6000 ਸਾਲ ਦਾ ਲੰਬਾ ਸਮਾਂ ਬੀਤ ਚੁੱਕਾ ਹੈ। 이까지 6천년이라 ਫਿਰ ਵੀ ਸਿਰਫ ਪਿਛਲੇ 100 ਸਾਲ ਵਿੱਚ 100여 년 정도 ਵਿਗਿਆਨ ਦਾ ਵਿਕਾਸ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ ਹੈ। 과학 속 ਇਸ ਗੱਲ ਤੇ ਵਿਚਾਰ ਕਰੋ, ਤਦ ਇਹ ਤੁਲਨਾ ਦੇ ਰੂਪ ਨਾਲੋਂ ਥੋੜੇ ਸਮੇਂ ਦੀ ਗੱਲ ਹੈ। 6천년이라 ਜਿਵੇਂ ਪਰਮੇਸ਼ਵਰ ਨੇ ਕਿਹਾ ਹਰ ਗੱਲ ਦਾ ਸਮਾਂ ਹੁੰਦਾ ਹੈ, ਤਦ ਕਿ ਇਸ ਦਾ ਅਰਥ ਇਹ ਨਹੀਂ ਹੈ ਕਿ ਪਰਮੇਸ਼ਵਰ ਨੇ 6000 ਸਾਲਾਂ ਤੋਂ ਨਿਰਧਾਰਿਤ ਸਮੇਂ ਦੀ ਮਕਸਦ ਭਰਪੂਰ ਢੰਗ ਨਾਲ ਉਡੀਕ ਕੀਤੀ ਸੀ। ਪਿਤਾ ਦੇ ਆਉਣ ਦਾ ਦਿਨ ਅਸਲ ਵਿੱਚ ਬਹੁਤ ਨੇੜੇ ਹੈ ਅਤੇ ਨਾਲ ਹੀ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਦਾ ਨਿਰਧਾਰਿਤ ਸਮਾਂ ਵੀ ਬਹੁਤ ਨੇੜੇ ਹੈ। 과거 이스라엘 민족 ਜੰਗਲ ਵਿੱਚ ਇਜ਼ਰਾਈਲੀਆਂ ਦੇ 40 ਸਾਲਾਂ ਦੀ ਯਾਤਰਾ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ 그림자와 ਜੋ ਅਸਲੀਅਤ ਹੈ 관계로 ਸਿਰਫ ਇੱਕ ਪਰਛਾਵਾਂ ਹੈ। 것을 바라볼 때 광야 ਜੰਗਲ ਵਿੱਚ 40 ਸਾਲ ਤੱਕ ਇਜ਼ਰਾਈਲੀ ਲਗਾਤਾਰ ਪ੍ਰੀਖਿਆ ਵਿੱਚ ਪਏ ਅਤੇ ਕਨਾਨ ਵਿੱਚ ਪ੍ਰਵੇਸ਼ ਕਰਨ ਦੇ ਸਮੇਂ ਤੱਕ ਬੁੜਬੁੜਾਏ। 원망을 했고 ਮਰੀਬਾ ਵਿੱਚ ਲੋਕ ਮੂਸਾ ਦੇ ਸਾਹਮਣੇ ਦੁਸ਼ਟ ਸੀ। 백성들의 그 환악함 때문에 반석을 ਇਸ ਨਾਲ ਜਦੋਂ ਮੂਸਾ ਨੇ ਚੱਟਾਨ ਤੇ ਮਾਰਦੇ ਹੋਏ ਕਿਹਾ 우리가 ਅਸੀਂ ਇਸ ਚੱਟਾਨ ਵਿੱਚੋਂ ਪਾਣੀ ਕੱਢਾਂਗੇ, 라고 하는 식으로 ਤਦ ਉਸਨੇ ਪਰਮੇਸ਼ਵਰ ਦੀ ਵਡਿਆਈ ਨੂੰ ਪ੍ਰਦਰਸ਼ਿਤ ਨਹੀਂ ਕੀਤਾ। 못한 이러한 사건들까지도 결국 40년 ਇਹ ਬਦਕਿਸਮਤ ਘਟਨਾ 40 ਸਾਲਾਂ ਦੀ ਲੰਬੀ ਯਾਤਰਾ ਦੇ ਅੰਤ ਵਿੱਚ ਹੋਈ। 역사였다고 볼 수 있습니다. 이 광야 ਸਾਨੂੰ ਚਾਹੀਦਾ ਹੈ ਕਿ ਅਸੀਂ ਸਵਰਗ ਜਾਣ ਤੱਕ ਵੀ 내용들을 ਜੰਗਲ ਵਿੱਚ ਬਿਤਾਏ ਗਏ ਉਹਨਾਂ ਦੇ ਜੀਵਨ ਤੇ ਧਿਆਨ ਦਿੰਦੇ ਹੋਏ ਖੁਦ ਨੂੰ ਦੇਖੀਏ ਅਤੇ ਖੁਦ ਤੇ ਧਿਆਨ ਦੇਈਏ। 참 ਆਓ ਅਸੀਂ ਖੁਦ ਬਾਰੇ ਦੇਖੀਏ 내가 있는가 ਅਤੇ ਇਸ ਗੱਲ ਦੀ ਜਾਂਚ ਕਰੀਏ ਕਿ ਅਸੀਂ ਪਰਮੇਸ਼ਵਰ ਦੀ ਆਸ਼ੀਸ਼ ਪਾਉਣ ਦੇ ਯੋਗ ਜੀਵਨ ਜੀ ਰਹੇ ਹਾਂ ਜਾਂ ਨਹੀਂ। 우리가 생각할 ਜੰਗਲ ਵਿੱਚ ਉਹਨਾਂ ਦੇ 40 ਸਾਲਾਂ ਦੀ ਯਾਤਰਾ ਦੇ ਦੌਰਾਨ ਇਜ਼ਰਾਈਲੀਆਂ ਨੇ ਬਹੁਤ ਵਾਰ ਪਰਮੇਸ਼ਵਰ ਦੀ ਚਮਤਕਾਰੀ ਸ਼ਕਤੀ ਦਾ ਅਨੁਭਵ ਕੀਤਾ। 것들로부터 ਉਹਨਾਂ ਨੇ 40 ਸਾਲ ਤੱਕ ਮਨ ਖਾਧਾ 태양이 ਅਤੇ ਆਪਣੇ ਵੈਰੀਆਂ ਤੋਂ ਅਨੇਕ ਜਿੱਤ ਹਾਸਲ ਕੀਤੀ। ਜਿਵੇਂ ਪਰਮੇਸ਼ਵਰ ਨੇ ਉਹਨਾਂ ਦੇ ਲਈ ਗਿਬੋਨ ਤੇ ਸੂਰਜ ਨੂੰ ਅਤੇ ਅਯਾਲੋਨ ਦੀ ਤਰਾਈ ਦੇ ਉੱਪਰ ਚੰਦਰਮਾ ਨੂੰ ਰੋਕ ਕੇ ਰੱਖਿਆ। 이제는 좀 제대로 ਭਾਵੇਂ ਹੀ ਪਰਮੇਸ਼ਵਰ ਨੇ ਉਹਨਾਂ ਨੂੰ ਅਨੇਕ ਚਮਤਕਾਰ ਦਿਖਾਏ 아무리 ਜੋ ਉਹਨਾਂ ਵਿੱਚ ਬਦਲਾਵ ਲਿਆਉਣ ਅਤੇ ਉਹਨਾਂ ਨੂੰ ਇਹ ਅਹਿਸਾਸ ਕਰਵਾਉਣ ਦੇ ਲਈ ਕਾਫੀ ਸੀ ਕਿ ਉਹ ਮੌਜੂਦਗੀ ਵਿੱਚ ਹਨ, ਪਰ ਉਹਨਾਂ ਨੇ ਕਦੀ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਕੀਤਾ। 그러니까 40 ਜਦੋਂ ਕਦੀ ਅਸੀਂ ਉਹਨਾਂ ਲੋਕਾਂ ਦਾ ਜ਼ਿਕਰ ਦੇਖਦੇ ਹਾਂ ਜਿਨ੍ਹਾਂ ਨੇ 40 ਸਾਲ ਦੇ ਲੰਬੇ ਸਮੇਂ ਦੇ ਦੌਰਾਨ ਬੁੜਬੁੜਾਉਣ ਅਤੇ ਸ਼ਿਕਾਇਤ ਕੀਤੀ ਸੀ, ਕਿ ਅਸੀਂ ਇਹ ਅਹਿਸਾਸ ਨਹੀਂ ਕਰ ਸਕਦੇ ਕਿ ਸਾਡੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਨੂੰ ਸਾਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਸਮੇਂ ਬਦਲਣਾ ਚਾਹੀਦਾ ਹੈ। 이 변화를 잊고 이렇게 갈 것인가? 아니면 ਜੇਕਰ ਅਸੀਂ ਸਵਰਗ ਜਾਣ ਤੋਂ ਪਹਿਲਾਂ ਇਸ ਗੱਲ ਦਾ ਅਹਿਸਾਸ ਨਾ ਕਰੀਏ ਤਦ ਅਸੀਂ ਸਵਰਗ ਵਿੱਚ ਪ੍ਰਵੇਸ਼ ਕਰਨ ਵਿੱਚ ਅਸਫਲ ਹੋਵਾਂਗੇ। ਸਿਰਫ ਉਹ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ 이 모든 ਸਵਰਗ ਵਿੱਚ ਪ੍ਰਵੇਸ਼ ਕਰ ਸਕਣਗੇ। ਸਾਡੇ ਸਾਹਮਣੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਅਸਲ ਵਿੱਚ ਪਰਮੇਸ਼ਰ ਨੂੰ ਜਾਣਦੇ ਹਾਂ ਜਾਂ ਨਹੀਂ। 이제 ਜੰਗਲ ਵਿੱਚ ਪੂਰੇ 40 ਸਾਲਾਂ ਵਿੱਚ ਇਜ਼ਰਾਈਲੀ ਪਰਮੇਸ਼ਰ ਦੇ ਦਿਖਾਏ ਗਏ ਸਾਰੇ ਚਮਤਕਾਰਾਂ ਦੇ ਆਦੀ ਹੋ ਗਏ। 잊어버렸고 ਉਹ ਹਰ ਚੀਜ਼ ਨੂੰ ਆਮ ਗੱਲ ਸਮਝ ਕੇ ਉਹਨਾਂ ਸਾਰੀਆਂ ਚੀਜ਼ਾਂ ਦੇ ਪ੍ਰਤੀ ਸੁੰਨ ਹੋ ਗਏ ਜੋ ਪਰਮੇਸ਼ਰ ਉਹਨਾਂ ਦੇ ਲਈ ਕਰ ਰਹੇ ਸੀ। ਸ਼ੁਰੂ ਵਿੱਚ ਜਦੋਂ ਉਹਨਾਂ ਨੇ ਪਹਿਲੀ ਵਾਰ ਸਵਰਗ ਤੋਂ ਮਨ ਉਤਰਦੇ ਦੇਖਿਆ ਤਦ ਉਹ ਬਹੁਤ ਖੁਸ਼ੀ ਅਤੇ ਉਤਸ਼ਾਹਤ ਹੋਏ ਅਤੇ ਉਹਨਾਂ ਦੇ ਮਨ ਪ੍ਰਭਾਵਿਤ ਹੋਏ। 한 달이 ਪਰ ਜਿਵੇਂ ਜਿਵੇਂ 1 ਮਹੀਨਾ 2 ਮਹੀਨੇ ਅਤੇ 1 ਸਾਲ ਬੀਤ ਗਏ ਉਸੇ ਤਰ੍ਹਾਂ ਹੀ ਉਹਨਾਂ ਨੂੰ ਇਹ ਗੱਲ ਆਮ ਲੱਗੀ। 되어버렸습니다. 처음에는 ਪਹਿਲਾਂ ਤਾਂ ਉਹਨਾਂ ਨੇ ਕਿਹਾ ਇਹ ਇੱਕ ਚਮਤਕਾਰ ਹੈ, ਇਹ ਅਦਭੁਤ ਹੈ, ਇਹ ਸ਼ਾਨਦਾਰ ਹੈ। ਉਹਨਾਂ ਨੇ ਪਰਮੇਸ਼ਰ ਦੀ ਵਡਿਆਈ ਅਤੇ ਸਤੁਤੀ ਕੀਤੀ। 이제 시간이 ਪਰ ਜਿਵੇਂ ਜਿਵੇਂ ਸਮਾਂ ਬੀਤ ਗਿਆ 그런 것이 ਉਹਨਾਂ ਨੂੰ ਇਸ ਤਰ੍ਹਾਂ ਕੁਝ ਮੰਨ ਕੇ ਜਿਸ ਦੇ ਉਹ ਯੋਗ ਹਨ ਇਸ ਦਾ ਮਹੱਤਵ ਨਹੀਂ ਸਮਝਿਆ।
ਪਰ ਅਸਲ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਜੋ ਸ਼ੁਰੂ ਤੋਂ ਹੀ ਆਮ ਸੀ। ਇਹ ਘਟਨਾ ਅਸਾਧਾਰਨ ਅਤੇ ਅਦਭੁਤ ਸੀ, ਪਰ ਉਹਨਾਂ ਨੇ ਇਸ ਨੂੰ ਹਰ ਸਮੇਂ ਵਾਪਰਨ ਵਾਲੀ ਸਧਾਰਨ ਗੱਲ ਮੰਨਿਆ। ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਇੱਛਾ ਸਿੱਖਣ ਦੇ ਲਈ 40 ਸਾਲ ਮਿਲੇ ਹਨ, ਪਰ ਪਰਮੇਸ਼ਵਰ ਦੀ ਇੱਛਾ ਦਾ ਅਹਿਸਾਸ ਕਰਨ ਵਿੱਚ ਕਾਬਿਲ ਨਹੀਂ ਹਨ। ਇਸ ਤਰ੍ਹਾਂ ਦੇ ਲੋਕ ਵੀ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਇੱਛਾ ਦੇ ਸਿੱਖਣ ਲਈ ਸਿਰਫ 1 ਸਾਲ ਮਿਲਿਆ ਹੈ, ਪਰ ਉਹਨਾਂ ਨੂੰ ਪਰਮੇਸ਼ਵਰ ਦੀ ਇੱਛਾ ਦਾ ਤੁਰੰਤ ਅਹਿਸਾਸ ਹੋਇਆ ਹੈ ਅਤੇ ਉਹ ਪਰਮੇਸ਼ਵਰ ਦੀ ਵਡਿਆਈ ਕਰਦੇ ਹਨ। ਇਸ ਲਈ ਆਓ ਅਸੀਂ ਪਰਮੇਸ਼ਵਰ ਨੂੰ ਜਾਣੀਏ। ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰ ਰਹੇ ਹਾਂ। ਮੈਨੂੰ ਆਸ ਹੈ ਕਿ ਇਸ ਨਵੇਂ ਸਾਲ ਵਿੱਚ ਅਸੀਂ ਪਰਮੇਸ਼ਵਰ ਦਾ ਹੋਰ ਜ਼ਿਆਦਾ ਧੰਨਵਾਦ ਅਤੇ ਵਡਿਆਈ ਕਰਾਂਗੇ ਅਤੇ ਵਿਸ਼ਵਾਸ ਨੂੰ ਕਦੀ ਗੁਆਵਾਂਗੇ ਨਹੀਂ, ਪਰ ਅੰਤ ਤੱਕ ਫੜੀ ਰੱਖਾਂਗੇ। ਆਓ ਅਸੀਂ ਵਿਵਸਥਾ ਸਾਰ ਅਧਿਆਇ 28 ਤੇ ਇੱਕ ਨਜ਼ਰ ਪਾਈਏ। ਅਧਿਆਇ 28 ਵਚਨ 1। ਤਾਂ ਇਹ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾ ਤੁਹਾਡਾ ਪਰਮੇਸ਼ਵਰ ਕੀ ਕਰੇਗਾ? ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਇਹ ਪਰਮੇਸ਼ਵਰ ਦਾ ਵਾਅਦਾ ਹੈ। ਕਿਉਂਕਿ ਇਹ ਪਰਮੇਸ਼ਵਰ ਦਾ ਵਾਅਦਾ ਹੈ, ਇਸ ਲਈ ਇਸ ਤਰ੍ਹਾਂ ਦੇ ਭਰਾ ਭੈਣਾਂ ਹਨ ਜੋ ਇਸ ਵਾਅਦੇ ਤੇ ਭਰੋਸਾ ਰੱਖਦੇ ਅਤੇ ਵਿਸ਼ਵਾਸ ਦਾ ਆਪਣਾ ਪੂਰਾ ਜੀਵਨ ਇਸ ਵਾਅਦੇ ਤੇ ਕੇਂਦਰਿਤ ਕਰਦੇ ਹੋਏ ਵਿਸ਼ਵਾਸ ਦੇ ਰਾਹ ਤੇ ਮਿਹਨਤ ਨਾਲ ਭਰਪੂਰ ਚੱਲ ਰਹੇ ਹਨ। ਵਿਸ਼ਵਾਸ ਕਰਨ ਦੇ ਲਈ ਸਾਨੂੰ ਬਹੁਤ ਕੁਝ ਜਾਣਨ ਦੀ ਜ਼ਰੂਰਤ ਨਹੀਂ ਹੈ। ਜਦੋਂ ਤੱਕ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਪਰਮੇਸ਼ਵਰ ਦਾ ਵਾਅਦਾ ਹੈ ਅਤੇ ਪਰਮੇਸ਼ਵਰ ਦੇ ਹੁਕਮਾਂ ਨੂੰ ਵਫਾਦਾਰੀ ਨਾਲ ਮੰਨਣ ਵਿੱਚ ਫੈਸਲਾ ਕਰਦੇ ਹਾਂ, ਤਦ ਤੱਕ ਪਰਮੇਸ਼ਵਰ ਸਾਨੂੰ ਧਰਤੀ ਦੀਆਂ ਸਭ ਜਾਤੀਆਂ ਤੋਂ ਵਧੀਆ ਕਰਨਗੇ। ਇਹ ਉਹੀ ਵਾਅਦਾ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਵਚਨ 2 ਵਿੱਚ ਲਿਖਿਆ ਹੈ, ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਣਗੀਆਂ, ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਸਾਨੂੰ ਸੋਚਣਾ ਚਾਹੀਦਾ ਹੈ ਪਰਮੇਸ਼ਵਰ ਸਿਰਫ ਸਾਡੀ ਤੀਸਰੇ ਆਯਾਮ ਦੀ ਮਨੁੱਖੀ ਦੁਨੀਆ ਨੂੰ ਹੀ ਨਹੀਂ, ਪਰ ਚੌਥੇ ਅਤੇ ਪੰਜਵੇਂ ਆਯਾਮ ਵਿੱਚ ਪਰਮੇਸ਼ਵਰ ਦੀ ਦੁਨੀਆ ਨੂੰ ਵੀ ਸੰਚਾਲਿਤ ਕਰਦੇ ਹਨ। ਪਰਮੇਸ਼ਵਰ ਸਾਡੇ ਭਵਿੱਖ ਨੂੰ ਪਹਿਲਾਂ ਤੋਂ ਹੀ ਦੇਖਦੇ ਹਨ ਅਤੇ ਸਾਨੂੰ ਰਾਹ ਦਿਖਾਉਂਦੇ ਹਨ। ਉਹ ਹਮੇਸ਼ਾ ਸੋਚਦੇ ਹਨ ਕਿ ਸਾਨੂੰ ਆਸ਼ੀਸ਼ ਪਾਉਣ ਦੇ ਲਈ ਕਿਸ ਰਾਹ ਤੇ ਜਾਣਾ ਚਾਹੀਦਾ ਹੈ। ਪਰਮੇਸ਼ਵਰ ਦਾ ਪਿਆਰ ਇੰਨਾ ਮਹਾਨ ਹੈ ਕਿ ਉਹਨਾਂ ਨੇ ਸਾਡੇ ਲਈ ਖੁਦ ਦਾ ਬਲੀਦਾਨ ਕਰਕੇ ਸਲੀਬ ਤੇ ਆਪਣਾ ਜੀਵਨ ਦੇ ਦਿੱਤਾ। ਇਸ ਲਈ ਇਹ ਪੱਕਾ ਹੈ ਕਿ ਕਿਸੇ ਹੋਰ ਤੋਂ ਵੀ ਜ਼ਿਆਦਾ ਪਰਮੇਸ਼ਵਰ ਇਮਾਨਦਾਰੀ ਨਾਲ ਚਾਹੁੰਦੇ ਹਨ ਕਿ ਉਹਨਾਂ ਦੇ ਬੱਚਿਆਂ ਦੇ ਲਈ ਸਭ ਕੁਝ ਠੀਕ ਹੋਵੇ। ਇਸ ਲਈ ਪਰਮੇਸ਼ਵਰ ਨੇ ਬਾਈਬਲ ਵਿੱਚ ਉਸ ਰਾਹ ਨੂੰ ਦਰਜ ਕੀਤਾ ਜਿਸ ਤੇ ਸਾਡਾ ਭਵਿੱਖ ਚੰਗਾ ਹੋਵੇਗਾ। ਦੁਨੀਆ ਵਿੱਚ ਬਹੁਤ ਸਾਰੇ ਲਾਖਣਿਕ ਸ਼ਬਦ, ਕਹਾਣੀਆਂ ਦੀਆਂ ਕਿਸਮਾਂ ਅਤੇ ਤਰਕ ਸ਼ਾਸਤਰ ਹਨ, ਪਰ ਕੀ ਉਹਨਾਂ ਵਿੱਚੋਂ ਕਿਸੇ ਵੀ ਵਚਨ ਦੀ ਤੁਲਨਾ ਪਰਮੇਸ਼ਵਰ ਦੇ ਵਚਨ ਨਾਲ ਕੀਤੀ ਜਾ ਸਕਦੀ ਹੈ? ਕਿਸੇ ਦਾਰਸ਼ਨਿਕ ਦਾ ਹਵਾਲਾ ਵੀ ਪਰਮੇਸ਼ਵਰ ਦੇ ਸਧਾਰਨ ਹਵਾਲੇ ਤੋਂ ਵੀ ਜ਼ਿਆਦਾ ਚੰਗਾ ਨਹੀਂ ਹੋ ਸਕਦਾ। ਵਚਨ 3, ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੋਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ। ਯਹੋਵਾ ਤੁਹਾਡੀਆਂ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਇੱਕ ਰਾਹ ਥਾਣੀ ਉਹ ਆਉਣਗੇ, ਪਰ ਸੱਤੀ ਰਾਹੀ ਹੋ ਕੇ ਤੁਹਾਡੇ ਅੱਗੋਂ ਨੱਠਣਗੇ। ਯਹੋਵਾ ਤੁਹਾਡੇ ਲਈ ਅਸੀਸ ਦੀ ਆਗਿਆ ਤੁਹਾਡੇ ਮੋਦੀ ਖਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਆਸੀਸ ਦੇਵੇਗਾ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ। ਤਾਂ ਜਿਵੇਂ ਉਸਨੇ ਤੁਹਾਡੇ ਨਾਲ ਸਹੁੰ ਖਾਧੀ, ਯਹੋਵਾ ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ, ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੁਹਾਤੋਂ ਡਰਨਗੇ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦਾ ਪਾਲਨ ਕਰਦੇ ਹਾਂ ਤਦ ਸਾਨੂੰ ਇਹ ਆਸ਼ੀਸ਼ਾਂ ਦਿੱਤੀਆਂ ਜਾਂਦੀਆਂ ਹਨ। ਤਦ ਸਾਨੂੰ ਪਰਮੇਸ਼ਵਰ ਦੀ ਕਿਉਂ ਸੁਣਨੀ ਚਾਹੀਦੀ ਹੈ? ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਮਾਮਲੇ ਤੇ ਗੌਰ ਨਾਲ ਵਿਚਾਰ ਕਰੀਏ। ਪਰਮੇਸ਼ਵਰ ਸਾਡੇ ਹਰੇਕ ਦੇ ਭਵਿੱਖ ਵਿੱਚ ਹੋਣ ਵਾਲੀ ਗੱਲ ਨੂੰ ਪਹਿਲਾਂ ਤੋਂ ਦੇਖਦੇ ਆਏ ਹਨ, ਕਿਉਂਕਿ ਪਰਮੇਸ਼ਵਰ ਜੀਵਨ ਅਤੇ ਮੌਤ, ਕਿਸਮਤ ਅਤੇ ਨਾਸ਼ ਨੂੰ ਕਾਬੂ ਕਰਦੇ ਹਨ। ਇਸ ਲਈ ਉਹਨਾਂ ਨੇ ਸਾਨੂੰ ਆਸ਼ੀਸ਼ ਦੇਣ ਦਾ ਰਾਹ ਬਣਾਇਆ ਹੈ। ਇੱਕ ਵਾਰ ਅਸੀਂ ਪਰਮੇਸ਼ਵਰ ਦਾ ਵਚਨ ਪਾਲਨ ਕਰੀਏ ਤਦ ਅਸੀਂ ਪੂੰਛ ਨਹੀਂ ਸਿਰ ਬਣਾਂਗੇ, ਪਰ ਜਦੋਂ ਅਸੀਂ ਸਭ ਕੁਝ ਆਪਣੇ ਵਿਚਾਰ ਅਤੇ ਸੁਭਾਅ ਦੇ ਅਨੁਸਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਪੂੰਛ ਤੋਂ ਵੀ ਘੱਟ ਬਣਾਂਗੇ। ਪੂਰੀ ਦੁਨੀਆ ਵਿੱਚ ਪਰਮੇਸ਼ਵਰ ਹੀ ਸਭ ਤੋਂ ਕੀਮਤੀ ਧਨ ਹੈ। ਜੇਕਰ ਸਾਨੂੰ
ਵਿਸ਼ਵ ਪ੍ਰਸਿੱਧ ਵਿਦਵਾਨਾਂ 이끌어가는 ਜਾਂ ਫਟਾਫਟ ਬੋਲਣ ਵਾਲੇ ਪ੍ਰਸਿੱਧ ਬੋਲਣ ਵਾਲਿਆਂ ਦੀ ਲਿਖੀ ਹੋਈ ਪੁਸਤਕਾਂ ਵਿੱਚੋਂ 유명한 웅변 ਸੈਂਕੜੋ ਹਜ਼ਾਰਾਂ ਹਵਾਲਿਆਂ ਦੀ ਤੁਲਨਾ 하나님께서 ਪਰਮੇਸ਼ਵਰ ਦੇ ਦਿੱਤੇ ਹੋਏ ਇੱਕ ਹੀ ਸੰਦੇਸ਼ ਨਾਲ ਕਰਨੀ ਪਵੇ, 이 모든 복이 ਤਦ ਇਹ ਇੱਕ ਸੰਦੇਸ਼ 이한 줄에 ਫਿਰ ਆਪਣੇ ਪਰਮੇਸ਼ਵਰ ਯਹੋਵਾ ਦੀ ਸੁਣਨ ਦੇ ਕਰਕੇ ਇਹ ਸਾਰੇ ਆਸ਼ੀਰਵਾਦ ਤੇਰੇ ਉੱਤੇ ਪੂਰੇ ਹੋਣਗੇ। ਉਹਨਾਂ ਹਵਾਲਿਆਂ ਤੋਂ ਵੀ ਹੋਰ ਜ਼ਿਆਦਾ ਵਧੀਆ ਹਨ। ਭਾਵੇਂ ਹੀ ਅਸੀਂ ਇਸ ਗੱਲ ਨੂੰ ਅਕਸਰ ਕਿਹਾ ਕਰਦੇ ਹਾਂ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਡੇ ਮਨ ਤੋਂ ਨਹੀਂ ਨਿਕਲ ਰਿਹਾ ਜਾਂ ਸੱਚਾ ਨਹੀਂ ਹੈ। 그러니까 ਲਾਲ ਸਮੁੰਦਰ ਨੂੰ ਪਾਰ ਕਰ ਪਾਉਣ ਦੇ ਚਮਤਕਾਰ ਨਾਲ 기적에서부터 40 ਸਾਲ ਤੱਕ ਪਰਮੇਸ਼ਵਰ ਦੇ ਅਦਭੁਤ ਚਮਤਕਾਰਾਂ ਦਾ ਅਨੁਭਵ ਕਰਨ ਤੇ ਵੀ 그렇게 체험을 ਇਜ਼ਰਾਈਲੀਆਂ ਨੇ ਪਰਮੇਸ਼ਵਰ ਨੂੰ ਨਹੀਂ ਜਾਣਿਆ। 하나님 ਉਹਨਾਂ ਨੇ ਅਸਲ ਵਿੱਚ ਪਰਮੇਸ਼ਵਰ ਨੂੰ ਨਹੀਂ ਜਾਣਿਆ। 우리가 이 ਅਸੀਂ ਪਰਮੇਸ਼ਵਰ ਅਤੇ ਲੇਲੇ ਦੇ ਲੋਕਾਂ ਦੇ ਰੂਪ ਵਿੱਚ ਧਰਤੀ ਤੋਂ ਪਰਮੇਸ਼ਵਰ ਨੂੰ ਚੜਾਏ ਜਾਣ ਵਾਲੇ ਪਹਿਲੇ ਫਲ ਹਾਂ। 하나님께서 ਇਸ ਕਾਰਨ ਪਰਮੇਸ਼ਵਰ ਸਾਨੂੰ ਆਪਣੀ ਆਤਮਿਕ ਖੇਤੀ ਨਾਲ ਪੈਦਾ ਹੋਏ ਸੰਪੂਰਨ ਪ੍ਰਾਣੀ ਬਣਾਉਣਾ ਚਾਹੁੰਦੇ ਹਨ। 여러분들 ਰੋਜ਼ ਹਰ ਰੋਜ਼ ਜਿੱਥੇ ਕਿਤੇ ਵੀ ਅਸੀਂ ਜਾਂਦੇ ਹਾਂ, ਸਾਨੂੰ ਪਰਮੇਸ਼ਵਰ ਦੇ ਸਾਡੇ ਲਈ ਖੁੱਲੇ ਹੋਏ ਮੌਕੇ ਦੇ ਦਰਵਾਜ਼ੇ ਨੂੰ ਲੈ ਕੇ ਇਹ ਸੋਚਦੇ ਹੋਏ ਉਤਸ਼ਾਹਿਤ ਹੋਣਾ ਚਾਹੀਦਾ ਹੈ 기억하고 ਕਿ ਪਰਮੇਸ਼ਵਰ ਮੈਨੂੰ ਅੱਜ ਕਿਸ ਪ੍ਰਕਾਰ ਦਾ ਦਿਲਚਸਪ ਅਨੁਭਵ ਦੇਣਗੇ। 기대하고 ਸਾਨੂੰ ਖੁਦ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਮੈਂ ਅਸਲ ਵਿੱਚ ਆਪਣੇ ਵਿਚਾਰਾਂ ਨੂੰ ਤਿਆਗ ਕੇ ਪਰਮੇਸ਼ਵਰ ਦੇ ਮੈਨੂੰ ਕਿਤੇ ਵੀ ਲੈ ਜਾਣ ਤੇ ਉਹਨਾਂ ਦੇ ਪਿੱਛੇ ਪਿੱਛੇ ਚੱਲ ਸਕਾਂਗਾ। ਸਾਰੇ ਲੋਕੋ, ਜੰਗਲ ਵਿੱਚ ਇਜ਼ਰਾਈਲੀਆਂ ਨੂੰ 40 ਸਾਲ ਤੱਕ ਸਿੱਖਿਆ ਦਿੱਤੀ ਗਈ, ਪਰ ਜੋ ਸਿੱਖਿਆ ਵਿੱਚ ਸਫਲ ਨਹੀਂ ਹੋ ਸਕੇ ਉਹਨਾਂ ਦਾ 40ਵੇਂ ਸਾਲ ਵਿੱਚ ਨਾਸ਼ ਹੋਇਆ। 66권의 ਬਾਈਬਲ ਦੀਆਂ 6 ਕਿਤਾਬਾਂ ਵਿੱਚ ਲਿਖੇ ਸਾਰੇ ਵਚਨ 하나님께서 ਪਰਮੇਸ਼ਵਰ ਨੇ ਸਾਨੂੰ 주셨기 ਆਸ਼ੀਸ਼ ਦੇਣ ਲਈ ਦਿੱਤੇ ਹਨ। 이 시대에 오셔서 친히 ਆਓ ਅਸੀਂ ਆਪਣੇ ਆਪ ਨੂੰ ਇਸ ਗੱਲ ਦੀ ਯਾਦ ਕਰਾਈਏ ਕਿ ਇਸ ਯੁੱਗ ਵਿੱਚ ਸਿੱਧੇ ਸਾਨੂੰ ਦਿੱਤੇ ਗਏ ਪਰਮੇਸ਼ਵਰ ਦੇ ਵਚਨਾਂ ਵਿੱਚ ਵੀ ਆਸ਼ੀਸ਼ ਹੈ। 하고 실천할 ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਵਚਨਾਂ ਨੂੰ ਅਮਲ ਵਿੱਚ ਲਿਆਈਏ। 그다음 12 ਆਓ ਅਸੀਂ ਵਚਨ 12 ਪੜ੍ਹੀਏ। 여호와께서 ਯਹੋਵਾ ਤੁਹਾਡੇ ਲਈ ਆਪਣਾ ਚੰਗਾ ਆਕਾਸ਼ ਰੂਪੀ ਭੰਡਾਰ ਖੋਲੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਪਾਵੇ 내 ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ। 내가 ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ, ਪਰ ਤੁਸੀਂ ਆਪ ਕਰਜ਼ ਨਹੀਂ ਲਓਗੇ। 여호와께서 ਯਹੋਵਾ ਤੁਹਾਨੂੰ ਸਿਰ ਠਹਿਰਾਵੇਗਾ ਪਰ ਪੂਛ ਨਹੀਂ, ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ। ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਨੂੰ ਪਾਲਣਾ ਕਰਨ ਲਈ ਦਿੰਦਾ ਹਾਂ, ਅਤੇ ਤੁਸੀਂ ਉਹਨਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਸੱਜੇ ਖੱਬੇ ਨਾ ਮੁੜੋ। 우러나 ਭਾਈ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ 따라 섬기지 아니하면 ਉਹਨਾਂ ਦੀ ਪੂਜਾ ਕਰੋ। 라고 했습니다. 이 ਇਹ ਵਾਅਦਾ ਨਹੀਂ ਬਦਲਦਾ। ਪਰਮੇਸ਼ਵਰ ਨੇ ਬਾਈਬਲ ਦੀਆਂ 66 ਕਿਤਾਬਾਂ ਵਿੱਚ ਸਾਡੇ ਆਸ਼ੀਸ਼ ਪਾਉਣ ਦੇ ਸਾਰੇ ਰਸਤਿਆਂ ਨੂੰ ਦਰਜ ਕੀਤਾ ਹੈ, ਪਰ ਅਸੀਂ ਉਹਨਾਂ ਰਸਤਿਆਂ ਦਾ ਪਾਲਨ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਕਿ ਇਹ ਗੱਲ ਸੱਚ ਨਹੀਂ ਹੈ ਕਿ ਜਦੋਂ ਅਸੀਂ ਉਹਨਾਂ ਦੇ ਵਚਨਾਂ ਵਿੱਚੋਂ ਲੁਕੀ ਉਹਨਾਂ ਸਾਰੀਆਂ ਆਸ਼ੀਸ਼ਾਂ ਦਾ ਅਹਿਸਾਸ ਕਰਾਂਗੇ, ਤਦ ਪਿਤਾ ਤੇ ਮਾਤਾ ਦੇ ਕਿਤੇ ਵੀ ਜਾਣ ਤੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਚੱਲ ਸਕਾਂਗੇ। ਸਾਡੇ ਸਾਰਿਆਂ ਦੇ ਆਪਣੇ ਵਿਚਾਰ ਹਨ, 제주 내가 ਨਾਲ ਹੀ ਸਾਡੇ ਵਿੱਚ ਛੋਟੀ ਛੋਟੀ ਕਲਾ ਤੇ ਹੁਨਰ ਵੀ ਹੈ। 이걸 ਜੇਕਰ ਅਸੀਂ ਪਰਮੇਸ਼ਵਰ ਦੇ ਸਾਹਮਣੇ ਉਹਨਾਂ ਚੀਜ਼ਾਂ ਨੂੰ ਲੈ ਕੇ ਕਮੰਡ ਕਰੀਏ ਤਦ ਉਹ ਬਹੁਤ ਸ਼ਰਮ ਵਾਲੀ ਗੱਲ ਹੋਵੇਗੀ। 고린도전서 ਪਹਿਲਾ ਕੁਰਿੰਥੀਓ ਵਿੱਚ ਪਰਮੇਸ਼ਵਰ ਨੇ ਕਿਹਾ, ਤੇਰੇ ਕੋਲ ਕੀ ਹੈ 내게 ਜੋ ਤੈਂ ਦੂਏ ਤੋਂ ਨਹੀਂ ਲਿਆ? ਸਭ ਕੁਝ ਪਰਮੇਸ਼ਵਰ ਦਾ ਦਿੱਤਾ ਹੋਇਆ ਹੈ, 스스로가 ਪਰ ਕਦੀ-ਕਦੀ ਅਸੀਂ ਕਮੰਡੀ ਹੋ ਕੇ ਖੁਦ ਨੂੰ 높게 여기고 ਦੂਸਰਿਆਂ ਨਾਲੋਂ ਹੋਰ ਜ਼ਿਆਦਾ ਮਹੱਤਵਪੂਰਨ ਮੰਨਦੇ ਹਾਂ। ਇਹ ਬਹੁਤ ਮੂਰਖਤਾ ਵਾਲਾ ਕੰਮ ਹੈ। 주신이께 ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਗੱਲ ਨੂੰ ਮਨ ਵਿੱਚ ਰੱਖੀਏ ਕਿ ਜਿਨ੍ਹਾਂ ਨੇ ਸਾਨੂੰ ਇਹ ਦਿੱਤਾ ਹੈ ਉਹ ਇਹ ਵਾਪਸ ਵੀ ਲੈ ਸਕਦੇ ਹਨ। 힘을 해야 되겠습니다. 광야 ਜੰਗਲ ਵਿੱਚ 40 ਸਾਲ ਦੀ ਯਾਤਰਾ ਦੇ ਦੌਰਾਨ 백성들이 ਇਜ਼ਰਾਈਲੀਆਂ ਨੇ ਸੋਨੇ ਦੇ ਬੱਚੇ ਦੀ ਮੂਰਤੀ ਬਣਾਈ 더디 내려 ਕਿਉਂਕਿ ਮੂਸਾ ਨੂੰ ਸੀਨੇ ਪਹਾੜ ਤੋਂ ਹੇਠਾਂ ਉਤਰਨ ਵਿੱਚ ਦੇਰ ਹੋਈ ਸੀ, 상을 만들어 ਅਤੇ ਬੈਠ ਕੇ ਖਾਧਾ ਪੀਤਾ ਅਤੇ ਉੱਠ ਕੇ ਖੇਡਣ ਲੱਗੇ। ਇਸ ਨਾਲ ਲੋਕ ਪਰਮੇਸ਼ਵਰ ਦਾ ਕ੍ਰੋਧ ਭੜਕਾਉਣ ਦਾ ਕਾਰਨ ਬਣੇ। 그렇게 ਨਤੀਜੇ ਵਜੋਂ 3000 ਲੋਕ ਮਾਰੇ ਗਏ ਅਤੇ ਮੂਸਾ ਨੇ ਪਰਮੇਸ਼ਵਰ ਤੋਂ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਉਹਨਾਂ ਲੋਕਾਂ ਦੇ ਪਾਪ ਮਾਫ ਕਰੋ ਜਿਨ੍ਹਾਂ ਨੇ ਪਾਪ ਕੀਤਾ ਹੈ। ਆਓ ਅਸੀਂ ਕੂਚ ਅਧਿਆਇ 32 ਵਚਨ 32 ਦੇਖੀਏ। 그러나 ਹੁਣ ਤੂੰ ਉਹਨਾਂ ਦਾ ਪਾਪ ਮਾਫ ਕਰੀ, 그들의 죄를 ਅਰ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੈਂ ਲਿਖੀ ਹੈ 사건컨대 ਮੈਨੂੰ ਮਿਟਾ ਸੁੱਟੀ। 책에서 내 이름을 지워버려 주시옵소서. 33 ਵਚਨ 33 여호와께서 ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, 누구든지 ਜਿਸ ਮੇਰਾ ਪਾਪ ਕੀਤਾ 하면 그는 내 ਮੈਂ ਉਸ ਨੂੰ ਆਪਣੀ ਪੋਥੀ ਵਿੱਚੋਂ 지워버리 ਮਿਟਾ ਸੁੱਟਾਂਗਾ। 전 세계 ਉਹਨਾਂ ਸਾਰੇ ਲੋਕਾਂ ਵਿੱਚੋਂ ਜਿਨ੍ਹਾਂ ਦੀ ਮੌਜੂਦਗੀ ਇਸ ਦੁਨੀਆ ਵਿੱਚ ਹੈ 우리 하나님께서 ਪਰਮੇਸ਼ਵਰ ਨੇ ਸਾਨੂੰ ਯਾਦ ਕੀਤਾ ਹੈ ਅਤੇ ਨਵੇਂ ਨਿਯਮ ਦੀਆਂ ਸਿੱਖਿਆਵਾਂ ਨਾਲ ਸਾਡੀ ਅਗਵਾਈ ਕੀਤੀ ਹੈ ਅਤੇ ਸਾਨੂੰ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦਿੱਤਾ ਹੈ।
항상 이 ਪਰ 복음의 ਅਸੀਂ 길에서 ਹਮੇਸ਼ਾ ਪਰਮੇਸ਼ਵਰ ਦੀ ਆਸ਼ੀਸ਼ ਤੋਂ ਦੂਰ ਭਟਕ ਜਾਂਦੇ ਹਾਂ। ਜੇਕਰ ਪਰਮੇਸ਼ਵਰ ਨੇ ਵਾਅਦਾ ਕੀਤਾ ਇਸ ਨੂੰ ਕਰਨ ਨਾਲ ਤੁਸੀਂ ਧਨ ਹੋਵੋਗੇ, ਤਦ ਪਰਮੇਸ਼ਵਰ ਪੱਕੀ ਤਰ੍ਹਾਂ ਨਾਲ ਆਸ਼ੀਸ਼ ਦੇਣਗੇ। ਜੇਕਰ ਅਸੀਂ ਇਸ ਗੱਲ ਤੇ ਵਿਸ਼ਵਾਸ ਕਰਕੇ ਇਸ ਨੂੰ ਮੰਨੀਏ ਤਦ ਅਸੀਂ ਧਨ ਹੋਵਾਂਗੇ। ਪਰ ਕਿਉਂਕਿ ਅਸੀਂ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਕਿਉਂਕਿ ਸਾਡਾ ਵਿਸ਼ਵਾਸ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਹੈ, ਇਸ ਲਈ ਅਸੀਂ ਉਨੀ ਕੋਸ਼ਿਸ਼ ਨਹੀਂ ਕਰਦੇ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ। ਅਸੀਂ ਬੇਸਹਾਰਾ ਹੋ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹਾਂ ਜੋ ਸਾਨੂੰ ਪਰਮੇਸ਼ਵਰ ਦੀ ਆਸ਼ੀਸ਼ਾਂ ਤੋਂ ਦੂਰ ਰੱਖਦੀਆਂ ਹਨ। ਇਸ ਲਈ ਪਰਮੇਸ਼ਵਰ ਨੇ ਇਸ ਵਚਨ ਵਿੱਚ ਕਿਹਾ, ਜਿਸ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ ਉਸੇ ਦਾ ਨਾਮ ਮੈਂ ਆਪਣੀ ਕਿਤਾਬ ਵਿੱਚੋਂ ਕੱਟ ਦਿਆਂਗਾ। ਤਦ ਪਰਮੇਸ਼ਵਰ ਕਿਹੜੀ ਗੱਲ ਨੂੰ ਪਾਪ ਮੰਨਦੇ ਹਨ? 성경에 보면 ਬਾਈਬਲ ਵਿੱਚ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਦ੍ਰਿਸ਼ ਲੱਭ ਸਕਦੇ ਹਾਂ ਜਿੱਥੇ ਲੋਕਾਂ ਨੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ। ਪਰਮੇਸ਼ਵਰ ਦੇ ਸਾਨੂੰ ਹਰੇਕ ਨੂੰ ਇਸ ਤਰ੍ਹਾਂ ਦੇ ਮਾਮਲੇ ਦਿਖਾਉਣ ਦਾ ਕੁਝ ਕਾਰਨ ਹੈ ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ਵਰ ਨੇ ਸਾਰੀਆਂ ਗੱਲਾਂ ਸਾਡੀ ਹੀ ਸਿੱਖਿਆ ਦੇ ਲਈ ਲਿਖੀਆਂ ਹਨ, 교훈하시기 ਤਾਂ ਜੋ ਅਸੀਂ ਉਹੀ ਗਲਤੀ ਨੂੰ ਨਾ ਕਰੀਏ ਜੋ ਉਹਨਾਂ ਨੇ ਕੀਤੀ ਸੀ। 위해 하나님의 ਜੇਕਰ ਕਿਸੇ ਦਾ ਨਾਮ ਪਰਮੇਸ਼ਵਰ ਦੀ ਕਿਤਾਬ ਵਿੱਚੋਂ ਕੱਟਿਆ ਜਾਵੇ 이것은 ਤਦ ਇਹ ਭਿਆਨਕ ਬਦਕਿਸਮਤੀ ਹੋਵੇਗੀ। 이 땅에서 ਕੁਝ ਲੋਕ ਕਹਿ ਸਕਦੇ ਹਨ, 없어서 ਮੇਰੀ ਕੋਈ ਨੌਕਰੀ ਨਹੀਂ ਹੈ, ਇਸ ਲਈ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਖਾਣ ਨੂੰ ਨਹੀਂ ਮਿਲਿਆ। 옛날에는 ਮੈਂ ਸ਼ਾਨਦਾਰ ਘਰ ਵਿੱਚ ਰਹਿੰਦਾ ਸੀ, 지금은 좀 ਪਰ ਹੁਣ ਆਰਥਿਕ ਮੁਸ਼ਕਿਲ ਦੇ ਕਰਕੇ ਮਾਮੂਲੀ ਘਰ ਵਿੱਚ ਰਹਿੰਦਾ। 그게 ਇਹ ਬਦਕਿਸਮਤੀ ਨਹੀਂ ਹੈ 하나님의 ਕਿ ਪਰਮੇਸ਼ਵਰ ਦੀ ਪੁਸਤਕ ਵਿੱਚੋਂ ਕੱਟਿਆ 지워져 버린 ਅਤੇ ਮਿਟਾ ਦਿੱਤਾ ਜਾਣਾ ਵੱਡੀ ਬਦਕਿਸਮਤੀ ਨਹੀਂ ਹੈ। 행한 어떤 불행 아니겠습니까? 출애굽기 ਕੂਚ ਅਧਿਆਇ 32 ਵਿੱਚ ਮੂਸਾ ਨੇ ਕਿਹਾ, ਪਰਮੇਸ਼ਵਰ ਦੀ ਪੁਸਤਕ ਵਿੱਚੋਂ ਮੇਰਾ ਨਾਮ ਕੱਟ ਦਿਓ। 지워버려 ਉਚਿਤ ਢੰਗ ਨਾਲ ਇਹਨਾਂ ਲੋਕਾਂ ਦੀ ਅਗਵਾਈ ਨਾ ਕਰ ਪਾਉਣ ਦਾ ਮੇਰਾ ਪਾਪ ਬਹੁਤ ਵੱਡਾ ਹੈ। 그러니까 하나님 ਤਦ ਪਰਮੇਸ਼ਵਰ ਨੇ ਕਿਹਾ, ਮੈਂ ਉਸੇ ਤਰ੍ਹਾਂ ਨਹੀਂ ਕਰਾਂਗਾ। ਜਿਸ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ ਉਸ ਦਾ ਨਾਮ ਮੈਂ ਆਪਣੀ ਪੁਸਤਕ ਵਿੱਚੋਂ ਕੱਟ ਦਿਆਂਗਾ। 그래서 ਯੋਸ਼ੂਆ ਅਧਿਆਇ 7 ਵਚਨ 20 ਵਿੱਚ 아간이 ਪਰਮੇਸ਼ਵਰ ਨੇ ਸਾਨੂੰ ਇਹ ਦਿਖਾਇਆ 거룩하게 여기지 ਕਿ ਆਕਾਨ ਦਾ ਪਾਪ ਜੋ ਪਰਮੇਸ਼ਵਰ ਦੀ ਪਵਿੱਤਰ ਭੇਟ ਨੂੰ ਪਵਿੱਤਰ ਨਾ ਮੰਨਣ ਨਾਲ ਹੋਇਆ। 했단 말이죠. 그럼 결국 ਅੰਤ ਵਿੱਚ ਉਸ ਦੇ ਨਾਮ ਨੂੰ ਪਰਮੇਸ਼ਵਰ ਦੀ ਪੁਸਤਕ ਵਿੱਚੋਂ ਕੱਟਿਆ ਗਿਆ 사람이 되고 마는 것입니다. 영원한 ਅਤੇ ਇਸ ਨਾਲ ਕਿ ਉਹ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਬਣਿਆ ਜੋ ਨਰਕ ਦੀ ਅਨੰਤ ਅੱਗ ਵਿੱਚ ਸਦਾ ਦੇ ਲਈ ਕਸ਼ਟ ਸਹਿਨ ਕਰੇਗਾ। 민수기 16 ਗਿਣਤੀ ਅਧਿਆਇ 16 ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਜੰਗਲ ਵਿੱਚ 40 ਸਾਲ ਦੀ ਯਾਤਰਾ ਦੌਰਾਨ ਕੀ ਹੋਇਆ ਸੀ। 모세가 ਕੋਰਾ 하나님을 가지고 ਅਤੇ ਉਸ ਦੇ ਲੋਕ 코라와 그 ਮੂਸਾ ਦੇ ਕੰਮਾਂ ਤੋਂ ਸਹਿਮਤ ਨਹੀਂ ਹੋਏ 하게 될 때는 뭔가 좀 ਅਤੇ ਸੋਚਣ ਲੱਗੇ 하나님께서 ਕਿ ਪਰਮੇਸ਼ਵਰ ਸਿਰਫ 저렇게 ਉਸ ਦੇ ਨਾਲ ਹੈ, 우리와도 늘 ਪਰਮੇਸ਼ਵਰ ਸਾਡੇ ਨਾਲ ਵੀ ਹੈ। 이런 어떤 ਇਸ ਤਰ੍ਹਾਂ ਉਹ ਕਮੰਡੀ ਹੋ ਗਏ 마음을 품고 ਅਤੇ ਮੂਸਾ ਦਾ ਵਿਰੋਧ ਕਰਨ ਲੱਗੇ। 우리 한번 ਆਓ ਅਸੀਂ ਗਿਣਤੀ ਅਧਿਆਇ 16 ਦੇਖੀਏ। 16장에서 잠깐 보도록 합시다. 하나님께서 ਸਾਨੂੰ ਜਾਣਨਾ ਚਾਹੀਦਾ ਹੈ ਕਿ 여기시고 ਕੀ ਹੈ ਪਰਮੇਸ਼ਵਰ ਦੇ ਮਨ ਵਿੱਚ। ਪਰਮੇਸ਼ਵਰ ਕਿਹੜੀ ਗੱਲ ਨੂੰ ਪਾਪ ਮੰਨਦੇ ਹਨ? 또 어떤 일들이 ਪਰਮੇਸ਼ਵਰ ਨੂੰ ਕਿਸ ਗੱਲ ਨਾਲ ਨਫ਼ਰਤ ਹੈ 일어나는 것을 원치 않으시고 ਅਤੇ ਪਰਮੇਸ਼ਵਰ ਕੀ ਨਹੀਂ ਚਾਹੁੰਦੇ ਕਿ ਸੀਓਨ ਵਿੱਚ ਹੋਵੇ। 이건 ਕੁਝ ਲੋਕ ਕਹਿੰਦੇ ਹਨ ਇਹ ਸਿਰਫ 3500 ਸਾਲ ਪਹਿਲਾਂ ਇਤਿਹਾਸ ਵਿੱਚ ਵਾਪਰੀ ਹੋਈ ਘਟਨਾ ਹੈ। ਇਹ ਸਿਰਫ ਇਤਿਹਾਸ ਨਹੀਂ ਹੈ। ਬਾਈਬਲ ਦੀਆਂ 6 ਕਿਤਾਬਾਂ ਵਿੱਚ ਸਮੇਂ ਅਤੇ ਥਾਂ ਦੀ ਕੋਈ ਸੀਮਾ ਨਹੀਂ ਹੈ। ਉਹ ਸਮੇਂ ਅਤੇ ਥਾਂ ਤੋਂ ਪਰੇ ਹੈ, 왜냐하면 ਕਿਉਂਕਿ 3500 ਸਾਲ ਪਹਿਲਾਂ ਦੇ ਪਰਮੇਸ਼ਵਰ ਅਤੇ ਇਸ ਯੁੱਗ ਦੇ ਪਰਮੇਸ਼ਵਰ ਅਲੱਗ-ਅਲੱਗ ਪਰਮੇਸ਼ਵਰ ਨਹੀਂ, ਪਰ ਇੱਕ ਹੀ ਪਰਮੇਸ਼ਵਰ ਹਨ। 같은 ਹਰੇਕ ਯੁੱਗ ਵਿੱਚ ਜੋ ਕੁਝ ਪਰਮੇਸ਼ਵਰ ਨੂੰ ਪਸੰਦ ਨਹੀਂ 하나님을 싫어하셨는 ਉਹ ਕਦੀ ਬਦਲਦਾ ਨਹੀਂ। 오늘날 이 ਇਸ ਪ੍ਰਕਾਰ ਜੇਕਰ ਅਸੀਂ ਇਤਿਹਾਸ ਵਿੱਚ ਇਸ ਘਟਨਾ ਤੇ ਧਿਆਨ ਦੇਈਏ ਤਦ ਸਮਝ ਸਕਦੇ ਹਾਂ ਕਿਸ ਤਰ੍ਹਾਂ ਦਾ ਕੀ ਹੈ ਜੋ ਸਾਨੂੰ ਇਸ ਯੁੱਗ ਵਿੱਚ ਨਹੀਂ ਕਰਨਾ ਚਾਹੀਦਾ। ਕਿ ਇਹ ਇਸ ਸਾਲ ਪਰਮੇਸ਼ਵਰ ਦੀ ਆਸ਼ੀਸ਼ ਵਿੱਚ ਜਿਉਣ ਦਾ ਰਾਹ ਨਹੀਂ ਹੈ। 민수기 ਆਓ ਅਸੀਂ ਅਧਿਆਇ 16 ਵਚਨ 1 ਤੇ ਜਾਈਏ। 레위의 정 ਕਹਾਤ ਦੇ ਪੋਤੇ ਇਸਾਹਰ ਦੇ ਪੁੱਤਰ 이스라엘의 아들 ਕੋਰਾ ਲੇਵੀ ਨੇ 르우벤 자손 ਅਤੇ ਅਲੀਆਬ ਦੇ ਪੁੱਤਰਾ ਦਾਤਾਨ 다단과 ਅਤੇ ਅਬੀਰਾਮ ਨੇ 벨레스의 아들 ਅਤੇ ਪਲ ਦੇ ਪੁੱਤਰ ਉਨ ਨੇ 이스라엘 ਜਿਹੜੇ ਰੂਬੇਨੀ ਸਨ ਮਨੁੱਖਾਂ ਨੂੰ ਨਾਲ ਲਿਆ। ਉਹ ਅਤੇ ਇਜ਼ਰਾਈਲੀਆਂ ਵਿੱਚੋਂ 250 ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਮੰਡਲੀ ਦੇ ਚੁਣਵੇਂ ਅਤੇ ਨਾਮੀ ਸਨ ਮੂਸਾ ਦੇ ਅੱਗੇ ਉੱਠੇ। 그러니까 250 ਆਦਮੀਆਂ ਨੇ ਉਸ ਦੇ ਨਾਲ ਏਕਾ ਕੀਤਾ। 모세를 ਉਹਨਾਂ ਨੇ ਮੂਸਾ ਦੇ ਖਿਲਾਫ ਬਗਾਵਤ ਕਰਨ ਦੇ ਲਈ 일에 ਉਸ ਨੂੰ ਸ਼ਾਮਿਲ ਕੀਤਾ। 모세를 했습니다. 3절에 ਵਚਨ 3 그들이 모여 ਅਤੇ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ ਅਤੇ ਉਹਨਾਂ ਨੂੰ ਆਖਿਆ, ਹੁਣ ਤਾਂ ਬਸ ਕਰੋ, 신하도다. 회중 ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਹੋਵਾ ਉਹਨਾਂ ਦੇ ਵਿੱਚ ਹੈ। 너희가 ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਹੋਵਾ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ? 모세가 ਜਦ ਮੂਸਾ ਨੇ ਸੁਣਿਆ ਤਾਂ ਉਹ ਆਪਣੇ ਮੂੰਹ ਪਾ ਡਿੱਗਿਆ। ਉਹ ਕੋਰਾ ਤੇ ਉਹਦੀ ਸਾਰੀ ਟੋਲੀ ਨੂੰ ਬੋਲਿਆ 아침에 여호와 ਕਿ ਸਵੇਰ ਨੂੰ ਯਹੋਵਾ ਦੱਸੇਗਾ ਭਾਈ ਕੌਣ ਉਹਦਾ ਹੈ 거룩한 자가 누구 ਅਤੇ ਕੌਣ ਪਵਿੱਤਰ ਹੈ 그 자를 ਅਤੇ 자기에게 ਕਿਹਨੂੰ ਆਪਣੇ ਨੇੜੇ ਲਿਆਵੇਗਾ। 곧 그가 ਜਿਸ ਨੂੰ ਚੁਣੇਗਾ 자기에게 가까이 나오 ਉਹਨੂੰ ਨੇੜੇ ਲਿਆਵੇਗਾ। 이렇게 하라. 너 ਇਹ 고라와 ਕਰੋ 너의 ਭਾਈ ਕੋਰਾ
ਅਤੇ ਉਸ ਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ 앞에 그 향로의 ਅਤੇ ਕੱਲ ਨੂੰ ਉਹਨਾਂ ਵਿੱਚ ਅੱਗ ਪਾਓ ਅਤੇ ਉਹਨਾਂ ਦੇ ਵਿੱਚ ਯਹੋਵਾ ਦੇ ਅੱਗੇ ਧੂਪ ਪਾਓ। ਤਾਂ ਇਹ ਹੋਵੇਗਾ ਕਿ ਉਹ ਮਨੁੱਖ ਜਿਹਨੂੰ ਯਹੋਵਾ ਚੁਣੇਗਾ ਉਹ ਪਵਿੱਤਰ ਹੋਵੇਗਾ। ਹੁਣ ਲੇਵੀਓ, ਤੁਸੀਂ ਵੀ ਬਸ ਕਰੋ। ਤਾਂ ਮੂਸਾ ਨੇ ਕੋਰਾਂ ਨੂੰ ਆਖਿਆ, ਹੇ ਲੇਵੀਓ ਸੁਣੋ 너희 레위 자손들아 들으라. ਕਿ ਇਹ ਗੱਲ ਤੁਹਾਡੇ ਲਈ ਛੋਟੀ ਹੈ ਕਿ ਇਜ਼ਰਾਈਲ ਦੇ ਪਰਮੇਸ਼ਵਰ ਨੇ ਤੁਹਾਨੂੰ ਇਜ਼ਰਾਈਲੀਆਂ ਦੀ ਮੰਡਲੀ ਤੋਂ ਵੱਖਰਾ ਕੀਤਾ 여호와의 ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ 회중 앞에서 ਕਿ ਤੁਸੀਂ ਯਹੋਵਾ ਦੇ ਡੇਰੇ ਦੀ ਟਹਿਲ ਸੇਵਾ ਕਰੋ, ਮੰਡਲੀ ਦੇ ਅੱਗੇ ਖਲੋ ਕੇ ਉਹਨਾਂ ਦੀ ਸੇਵਾ ਕਰੋ। ਨਾਲੇ ਉਹ ਤੈਨੂੰ ਅਤੇ ਤੇਰੇ ਸਾਰੇ ਭਰਾਵਾਂ ਨੂੰ ਜਿਹੜੇ ਲੇਵੀ ਹਨ ਤੇਰੇ ਸੰਗ ਨੇੜੇ ਲਿਆਇਆ। 함께 ਹੁਣ ਕੀ ਤੁਸੀਂ ਜਾਜਕਾਈ ਨੂੰ ਵੀ ਦੰਦ ਮਾਰਦੇ ਹੋ? 너희가 오히려 제사장의 직분을 구하느냐. 이를 위하여 ਇਸੇ ਲਈ 너희의 무리가 ਤੂੰ ਅਤੇ ਤੇਰੀ ਸਾਰੀ ਟੋਲੀ ਯਹੋਵਾ ਦੇ ਵਿਰੁੱਧ ਇਕੱਠੀ ਹੋਈ। 아론은 ਅਤੇ ਹਾਰੂਨ 사람이 간데 ਉਹ ਵਿਚਾਰਾ ਕੌਣ ਹੈ 하느냐. ਜੋ ਤੁਸੀਂ ਉਹਦੇ ਵਿਰੁੱਧ ਬੁੜਬੁੜਾਉਂਦੇ ਹੋ? ਤਾਂ ਮੂਸਾ ਨੇ ਅਲੀਆਬ ਦੇ ਪੁੱਤਰ ਦਾਤਾਨ ਅਤੇ ਅਬੀਰਾਮ ਨੂੰ ਬੁਲਾ ਲਿਆ, ਪਰ ਉਹਨਾਂ ਨੇ ਆਖਿਆ ਅਸੀਂ ਨਹੀਂ ਆਵਾਂਗੇ। ਮੂਸਾ ਨੇ ਉਹਨਾਂ ਨੂੰ ਸੱਦਾ ਭੇਜਿਆ, ਪਰ ਉਹਨਾਂ ਨੇ ਆਉਣ ਤੋਂ ਮਨਾ ਕੀਤਾ। 13절의 말씀 ਵਚਨ 13, 내가 우리를 ਕੀ ਇਹ ਛੋਟੀ ਗੱਲ ਹੈ ਕਿ ਤੂੰ ਸਾਨੂੰ ਇੱਕ ਦੇਸ਼ ਤੋਂ ਉਤਾਂਹ ਕੱਢ ਲਿਆ ਹੈ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ, ਤਾਂ ਜੋ ਸਾਨੂੰ ਉਜਾੜ ਵਿੱਚ ਮਾਰੋ, ਅਤੇ ਹੁਣ ਤੱਕੋ ਤੱਕੀ ਸਾਡੇ ਉੱਤੇ ਆਪਣੇ ਆਪ ਨੂੰ ਪਾਤਸ਼ਾਹ ਬਣਾਈ ਬੈਠਾ ਹੈ। ਨਾਲੇ ਤੂੰ ਸਾਨੂੰ ਅਜਿਹੇ ਦੇਸ਼ ਵਿੱਚ ਨਹੀਂ ਲਿਆਂਦਾ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਨਾ ਸਾਨੂੰ ਖੇਤਾਂ ਅਤੇ ਬਾਗਾਂ ਦਾ ਅਧਿਕਾਰ ਦਿੱਤਾ ਹੈ। 너가 이 ਕੀ ਤੂੰ ਇਹਨਾਂ ਮਨੁੱਖਾਂ ਦੀ ਅੱਖਾਂ ਕੱਢ ਸੁੱਟੇਂਗਾ? 우리는 올라가지 ਅਸੀਂ ਤਾਂ ਉੱਪਰ ਨਹੀਂ ਜਾਣਾ। 모세가 ਤਾਂ ਮੂਸਾ ਡਾਢਾ ਕ੍ਰੋਧਵਾਨ ਹੋਇਆ 여짜오되 ਅਤੇ ਉਸਨੇ ਯਹੋਵਾ ਨੂੰ ਆਖਿਆ, ਤੂੰ ਉਹਨਾਂ ਦੀ ਮੈਦੇ ਦੀ ਭੇਂਟ ਵੱਲ ਨਾ ਵੇਖ, ਮੈਂ ਤਾਂ ਉਹਨਾਂ ਦੀ ਇੱਕ ਗਦੀ ਵੀ ਨਹੀਂ ਲਈ, 그들의 한 ਨਾ ਉਹਨਾਂ ਵਿੱਚੋਂ ਕਿਸੇ ਦਾ ਹਰਜ ਕੀਤਾ। 이에 ਮੂਸਾ ਨੇ ਕੋਰਾਂ ਨੂੰ ਆਖਿਆ, 너와 너희 ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾ ਅੱਗੇ ਹਾਜ਼ਰ ਹੋਵੇ, ਤੂੰ ਅਤੇ ਉਹ ਅਤੇ ਹਾਰੂਨ। 너희는 ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਹਨਾਂ ਵਿੱਚ ਧੂਪ ਪਾਓ, ਅਤੇ ਹਰ ਮਨੁੱਖ ਆਪਣੇ ਧੂਪਦਾਨ ਅਰਥਾਤ 250 ਧੂਪਦਾਨ। ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾ ਅੱਗੇ ਲਿਆਓ। ਤਾਂ ਹਰ ਮਨੁੱਖ ਨੇ ਆਪਣਾ ਆਪਣਾ ਧੂਪਦਾਨ ਲੈ ਕੇ ਉਸ ਉੱਤੇ ਅੱਗ ਪਾਈ ਅਤੇ ਉਹਨਾਂ ਉੱਤੇ ਧੂਪ ਵੀ ਪਾਈ, ਅਤੇ ਮੂਸਾ ਔਰ ਹਾਰੂਨ ਸਣੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਲੋ ਗਏ। 코라가 ਤਾਂ ਕੋਰਾਂ ਨੇ ਸਾਰੀ ਟੋਲੀ ਨੂੰ ਉਹਨਾਂ ਦੇ ਵਿਰੁੱਧ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇਕੱਠਾ ਕੀਤਾ। ਤਦ ਯਹੋਵਾ ਦਾ ਪ੍ਰਤਾਪ ਸਾਰੀ ਮੰਡਲੀ ਉੱਤੇ ਪ੍ਰਗਟ ਹੋਇਆ। 나타나시니라. ਤਾਂ ਯਹੋਵਾ ਮੂਸਾ ਨਾਲ ਅਤੇ ਹਾਰੂਨ ਨਾਲ ਬੋਲਿਆ, 가라사대 ਇਸ ਮੰਡਲੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਓ ਕਿ ਮੈਂ ਉਹਨਾਂ ਨੂੰ ਇੱਕ ਅੱਖ ਦੇ ਫੋਰ ਵਿੱਚ ਪੱਖ ਲਵਾਂ। ਤਾਂ ਉਹ ਮੂੰਹ ਦੇ ਪਾਰ ਡਿੱਗ ਪਿਆ ਤੇ ਆਖਿਆ, ਹੇ ਪਰਮੇਸ਼ਵਰ, ਤੂੰ ਜੋ ਸਾਰੇ ਸ਼ਰੀਰਾਂ ਦੀ ਆਤਮਾ ਦਾ ਪਰਮੇਸ਼ਵਰ ਹੈ, ਕਿ ਜੇ ਇੱਕ ਮਨੁੱਖ ਪਾਪ ਕਰੇ ਤਾਂ ਤੂੰ ਸਾਰੀ ਮੰਡਲੀ ਦੇ ਵਿਰੁੱਧ ਕ੍ਰੋਧਵਾਨ ਹੋਵੇਂਗਾ। 여호와께 ਤਾਂ ਯਹੋਵਾ ਮੂਸਾ ਨਾਲ ਬੋਲਿਆ, 회중에게 ਮੰਡਲੀ ਨੂੰ ਬੋਲ ਕਿ ਉਹ ਕੋਰਾ ਅਤੇ ਦਾਤਾਨ ਅਤੇ ਅਬੀਰਾਮ ਦੀ ਵਸੋਂ ਦੇ ਆਲਿਓ ਦੁਆਲਿਓ ਉਤਾਂਹ ਚਲੇ ਜਾਣ। ਸੋ ਮੂਸਾ ਉੱਠ ਕੇ ਦਾਤਾਨ ਅਤੇ ਅਬੀਰਾਮ ਦੇ ਕੋਲ ਗਿਆ, ਅਤੇ ਇਜ਼ਰਾਈਲ ਦੇ ਬਜ਼ੁਰਗ ਵੀ ਉਸਦੇ ਪਿੱਛੇ ਪਿੱਛੇ ਗਏ। 모세가 ਉਹ ਮੰਡਲੀ ਨੂੰ ਬੋਲਿਆ ਕਿ ਇਹਨਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਇੱਕ ਪਾਸੇ ਹੋ ਕੇ ਖਿਸਕ ਜਾਓ ਅਤੇ ਉਹਨਾਂ ਦੀ ਕਿਸੇ ਸ਼ੈ ਨੂੰ ਨਾ ਤੱਕਿਓ, ਮਤੇ ਤੁਸੀਂ ਵੀ ਉਹਨਾਂ ਦੇ ਸਾਰੇ ਪਾਪਾਂ ਵਿੱਚ ਧੱਕੇ ਜਾਓ। 노라 하며 ਸੋ ਉਹ ਕੋਰਾ ਅਤੇ ਦਾਤਾਨ ਅਤੇ ਅਬੀਰਾਮ ਦੀ ਵਸੋਂ ਦੇ ਆਲੇ ਦੁਆਲੇ ਉਤਾਂਹ ਨੂੰ ਚਲੇ ਗਏ। ਤਾਂ ਦਾਤਾਨ ਅਤੇ ਅਬੀਰਾਮ ਬਾਹਰ ਆਏ ਅਤੇ ਆਪਣੇ ਤੰਬੂਆਂ ਦੇ ਦਰਵਾਜ਼ਿਆਂ ਵਿੱਚ ਆਪਣੀਆਂ ਤੀਵੀਆਂ, ਪੁੱਤਰਾਂ ਅਤੇ ਨਿਆਣਿਆਂ ਸਣੇ ਖਲੋ ਗਏ। ਫਿਰ ਮੂਸਾ ਨੇ ਆਖਿਆ, ਤੁਸੀਂ ਇਸ ਤੋਂ ਜਾਣ ਲਓਗੇ ਕਿ ਯਹੋਵਾ ਨੇ ਮੈਨੂੰ ਕੱਲਿਆ ਹੈ, ਨਾ ਕਿ ਮੇਰੇ ਮਨ ਨੇ ਜੋ ਮੈਂ ਇਹਨਾਂ ਸਾਰੇ ਕੰਮਾਂ ਨੂੰ ਕਰਾਂ। 아닌 줄을 이 일로 인하여 알리라. 곧 이 ਜੇ ਇਹ ਸਾਰਿਆਂ ਆਦਮੀਆਂ ਦੀ ਆਮ ਮੌਤ ਤੇ ਮਰਨ 일반이요. 그들의 당하는 ਅਤੇ ਸਾਰਿਆਂ ਆਦਮੀਆਂ ਵਾਂਗੂ ਇਹਨਾਂ ਉੱਤੇ ਭਾਣਾ ਵਰਤੇ, 일반이면 ਤਾਂ ਯਹੋਵਾ ਨੇ ਮੈਨੂੰ ਕੱਲਿਆ ਹੀ ਨਹੀਂ। 의심이 아니거니와 만일 ਪਰ ਜੇ ਕੋਈ ਯਹੋਵਾ ਕੋਈ ਅਨੋਖਾ ਕੰਮ ਕਰੇ 땅으로 입을 열어 ਅਤੇ ਭੂਮੀ ਆਪਣਾ ਮੂੰਹ ਖੋਲ ਕੇ 그들의 모든 ਇਹਨਾਂ ਨੂੰ ਅਤੇ ਇਹਨਾਂ ਦੇ ਲੱਕੇ ਤੁੱਕੇ ਨੂੰ ਪੱਖ ਲਵੇ, ਭਾਈ ਉਹ ਜਿਉਂਦੇ ਪਤਾਲ ਵਿੱਚ ਉਤਰ ਜਾਣ, ਤਾਂ ਤੁਸੀਂ ਜਾਣ ਲਿਓ ਕਿ ਇਹਨਾਂ ਮਨੁੱਖਾਂ ਨੇ ਯਹੋਵਾ ਨੂੰ ਤੁੱਛ ਜਾਤਾ ਹੈ। 이 모든 ਤਾਂ ਇਹ ਹੋਇਆ ਕਿ ਜਦੋਂ ਇਹ ਸਾਰੀਆਂ ਗੱਲਾਂ ਬੋਲ ਚੁੱਕਿਆ, ਤਾਂ ਭੂਮੀ ਜਿਹੜੀ ਉਹਨਾਂ ਦੇ ਹੇਠ ਸੀ ਪਾਟ ਗਈ, ਅਤੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਨਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਰਾ ਵੱਲ ਸਨ ਅਤੇ ਉਹਨਾਂ ਦਾ ਸਾਰਾ ਲੱਕਾ ਤੁੱਕਾ ਪੱਖ ਲਿਆ। ਇਹ ਉਹ ਅਤੇ ਉਹਨਾਂ ਦੇ ਨਾਲ ਦੇ ਜਿਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਉਹਨਾਂ ਉੱਤੇ ਮਿਲ ਗਈ, ਸੋ ਉਹ ਸਭਾ ਵਿੱਚੋਂ ਨਾਸ ਹੋ ਗਏ। ਤਾਂ ਸਾਰੇ ਇਜ਼ਰਾਈਲੀ ਜਿਹੜੇ ਉਹਨਾਂ ਦੇ ਆਲੇ ਦੁਆਲੇ ਸਨ, ਉਹਨਾਂ ਦੀਆਂ ਚੀਕਾਂ ਤੋਂ ਨੱਠ ਗਏ, ਕਿਉਂ ਜੋ ਉਹਨਾਂ ਨੇ ਆਖਿਆ, ਮਤੇ ਧਰਤੀ ਸਾਨੂੰ ਵੀ ਪੱਖ ਲਵੇ। 하였고 여호와께 ਤਾਂ ਯਹੋਵਾ ਵੱਲੋਂ ਅੱਗ ਨਿਕਲੀ 분양하는 이 ਅਤੇ ਉਹਨਾਂ 250 ਮਨੁੱਖਾਂ ਨੂੰ ਜਿਹੜੇ ਧੂਪ ਦਿਖਾਉਂਦੇ ਸਨ ਭਸਮ ਕਰ ਗਈ। 오늘날 이 성경 ਇੱਥੇ ਸਾਨੂੰ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਤਮਾ ਤੇ ਲਾੜੀ ਬਣ ਕੇ ਆਏ ਹੋਏ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਕੀ ਚੰਗਾ ਲੱਗਦਾ ਹੈ ਤੇ ਕੀ ਨਹੀਂ, 하셨구나 하는 하나님의 ਇਸ ਗੱਲ ਨੂੰ ਲੈ ਕੇ ਪਰਮੇਸ਼ਵਰ ਦੇ ਮਨ ਨੂੰ ਸਮਝਣ ਦੀ ਬੁੱਧੀ ਦਿੱਤੀ ਗਈ ਹੈ। 우리가 ਇਹ ਸਿਰਫ ਗਿਣਤੀ ਅਧਿਆਇ 16 ਹੀ ਨਹੀਂ ਹੈ 장에 나오는 ਜਿੱਥੇ ਅਸੀਂ ਪਰਮੇਸ਼ਵਰ ਦੇ ਮਨ ਨੂੰ ਸਮਝ ਸਕਦੇ ਹਾਂ।
ਉਹਨਾਂ 12 ਜਾਸੂਸਾਂ ਦੇ ਕੰਮ ਨਾਲ ਵੀ ਅਸੀਂ ਪਰਮੇਸ਼ਵਰ ਦੇ ਮਨ ਨੂੰ ਸਮਝ ਸਕਦੇ ਹਾਂ ਜੋ ਕਨਾਨ ਦਾ ਭੇਤ ਲੈਣ ਗਏ ਸੀ। 오늘 ਵਿਵਸਥਾ ਸਾਰਾ ਅਧਿਆਇ 28 ਵਿੱਚ ਜੋ ਅੱਜ ਅਸੀਂ ਪੜ੍ਹਿਆ ਸੀ, 하나님의 ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ 하나님의 ਕਿ ਜੇਕਰ ਤੁਸੀਂ ਮੇਰੀ ਸੁਣੋ 바르게 이 ਅਤੇ ਮੇਰੀ ਮੌਜੂਦਗੀ ਨੂੰ ਉਚਿਤ ਰੂਪ ਨਾਲ ਮੰਨੋ, ਤਦ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਉੱਚਾ ਕਰਾਂਗਾ ਅਤੇ ਤੁਹਾਡੇ ਅੰਦਰ ਜਾਂਦੇ ਸਮੇਂ ਅਤੇ ਬਾਹਰ ਜਾਂਦੇ ਸਮੇਂ ਵੀ ਆਸ਼ੀਸ਼ ਦਿਆਂਗਾ। 해 주시겠다고 했습니다. 우리는 ਅਸੀਂ ਆਸ਼ੀਸ਼ ਪਾਉਣ ਦਾ ਹਰ ਰਾਹ ਨਹੀਂ ਜਾਣਦੇ, 그러나 ਪਰ ਕੀ ਇਹ ਪਰਮੇਸ਼ਵਰ ਨਹੀਂ ਹਨ ਜਿਨ੍ਹਾਂ ਨੂੰ ਉਹਨਾਂ ਰਸਤੇ ਅਤੇ ਦਿਸ਼ਾ ਦਾ ਗਿਆਨ ਹੈ ਜਿਨ੍ਹਾਂ ਨਾਲ ਅਸੀਂ ਮਨੁੱਖ ਜਾਤੀ ਵਿੱਚੋਂ ਉੱਚਾ ਹੋਵਾਂਗੇ। ਭਰਾਵੋ ਅਤੇ ਭੈਣੋ, ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਜੀਵਨ ਅਤੇ ਕਿਸਮਤ, ਮੌਤ ਅਤੇ ਨਾਸ਼ ਨੂੰ ਕਾਬੂ ਕਰਦੇ ਹਨ। 우리 하나님 ਨਾਲ ਹੀ 내게 법 ਪਰਮੇਸ਼ਵਰ ਨੇ ਮੂਸਾ ਨੂੰ ਸਾਫ਼-ਸਾਫ਼ ਕਿਹਾ, ਜਿਸ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ ਉਸ ਦਾ ਨਾਮ ਮੈਂ ਆਪਣੀ ਕਿਤਾਬ ਵਿੱਚੋਂ ਕੱਟ ਦਿਆਂਗਾ। 그렇다면 ਤਦ ਸਾਨੂੰ ਬਾਈਬਲ ਵਿੱਚੋਂ ਇਹ ਦੇਖਣਾ ਚਾਹੀਦਾ ਹੈ ਕਿ ਉਹਨਾਂ ਨੇ ਉਸ ਹੱਦ ਤੱਕ ਕੀ ਕੀਤਾ ਸੀ ਕਿ ਉਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚੋਂ ਕੱਟੇ ਗਏ। ਸਾਰੇ ਲੋਕੋ, ਜੇਕਰ ਅਸੀਂ ਖੁਸ਼ੀ ਦੇ ਨਾਲ ਮੰਨਣਾ ਚਾਹੁੰਦੇ ਹਾਂ ਤਦ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਸਮਝੀਏ। ਇੱਕ ਵਾਰ ਅਸੀਂ ਪਰਮੇਸ਼ਵਰ ਦੇ ਕਿਸੇ ਵੀ ਹੁਕਮ ਨੂੰ ਪੂਰੀ ਤਰ੍ਹਾਂ ਮੰਨ ਲਈਏ ਤਦ ਸਾਡੇ ਪਿੱਛੇ ਸਿਰਫ ਆਸ਼ੀਸ਼ ਹੋਵੇਗੀ। 이걸 ਜੇਕਰ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਹੋਵੇ 정말 ਅਤੇ ਫਿਰ ਵੀ ਪਰਮੇਸ਼ਵਰ ਦੀ ਨਾ ਸੁਣੇ 오히려 ਤਦ ਇਹ ਬਹੁਤ ਅਜੀਬ ਹੋਵੇਗਾ। 행하고 ਆਓ ਅਸੀਂ ਪੂਰੇ ਮਨ ਨਾਲ ਵਿਸ਼ਵਾਸ ਕਰੀਏ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਤੇ ਅਮਲ ਕਰਦੇ ਹਾਂ ਤਦ ਧਨ ਹੋ ਸਕਦੇ ਹਾਂ। ਆਓ ਅਸੀਂ ਵਿਸ਼ਵਾਸ ਅਤੇ ਅਹਿਸਾਸ ਕਰੀਏ, ਵਚਨਾਂ ਤੇ ਅਮਲ ਕਰੀਏ। ਜਦੋਂ ਪਰਮੇਸ਼ਵਰ 2000 ਸਾਲ ਪਹਿਲਾਂ ਇਸ ਧਰਤੀ ਤੇ ਆਏ ਸੀ 이 땅에 오셨을 때에도 우리 ਤਦ ਉਹਨਾਂ ਨੇ ਸਾਨੂੰ ਇੱਕ ਮਹੱਤਵਪੂਰਨ ਸਿੱਖਿਆ ਦਿੱਤੀ ਸੀ। 마태복음 ਆਓ ਅਸੀਂ ਮੱਤੀ ਅਧਿਆਇ 12 ਵਚਨ 30 ਦੇਖੀਏ, 나와 ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ 나를 ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ 나와 함께 ਸੋ ਖਿਡਾਉਂਦਾ ਹੈ। 해치는 자니라. 그러므로 ਇਸ ਲਈ ਮੈਂ ਤੁਹਾਨੂੰ ਆਖਦਾ, ਜੋ ਹਰੇਕ ਪਾਪ ਅਤੇ ਕੁਫਰ ਮਨੁੱਖਾਂ ਨੂੰ ਮਾਫ ਕੀਤਾ ਜਾਵੇਗਾ, 하심을 어때? ਪਰ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਕੀ ਨਹੀਂ ਕੀਤਾ ਜਾਵੇਗਾ? ਮਾਫ ਨਹੀਂ ਕੀਤਾ ਜਾਵੇਗਾ। 또 누구든지 ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ ਕੀਤਾ ਜਾਵੇਗਾ, 누구든지 말로 ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ 이 세상과 ਇਹ ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮਾਫ ਕੀਤਾ ਜਾਵੇਗਾ। 내게 ਪਰਮੇਸ਼ਵਰ ਨੇ ਕਿਹਾ, ਜਿਸ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ ਉਸ ਦਾ ਨਾਮ ਮੈਂ ਆਪਣੀ ਪੁਸਤਕ ਵਿੱਚੋਂ ਕੱਟ ਦਿਆਂਗਾ। 성령을 ਇਸ ਲਈ ਜੋ ਕੋਈ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਜਾਂ ਉਸ ਦੇ ਵਿਰੋਧ ਕੋਈ ਗੱਲ ਕਹੇਗਾ ਉਸ ਦਾ ਨਾਮ ਜੀਵਨ ਦੀ ਪੁਸਤਕ ਵਿੱਚੋਂ, ਜਿਸ ਦਾ ਪਰਮੇਸ਼ਵਰ ਨੇ ਜ਼ਿਕਰ ਕੀਤਾ ਹੈ, ਕੱਟਿਆ ਜਾਵੇਗਾ। 많은 ਬਹੁਤ ਸਾਰੇ ਲੋਕ ਸਾਨੂੰ ਪੁੱਛਦੇ ਹਨ 아버지 안성 ਕਿ ਪਿਤਾ ਅਨਸੌਂਗ ਜੀ ਨੇ ਚਮਤਕਾਰ ਦਿਖਾਏ। 했습니까? 아버지 ਪਿਤਾ ਅਨਸੌਂਗ ਜੀ ਦੀ ਇੱਛਾ ਕੀ ਹੈ ਜਿਸ ਤੇ ਉਹ ਚਾਹੁੰਦੇ ਹਨ ਕਿ ਅਸੀਂ ਚੱਲੀਏ? 아버지 안성 ਉਹ ਕੀ ਹੈ ਜੋ ਪਿਤਾ ਅਨਸੌਂਗ ਜੀ ਲੱਭਦੇ ਹਨ? 어떤 일이 있습니까? 66 ਪਰਮੇਸ਼ਵਰ ਨੇ ਸਾਨੂੰ ਬਾਈਬਲ ਦੀਆਂ 66 ਕਿਤਾਬਾਂ ਦੁਆਰਾ ਹਰ ਗੱਲ ਦੀ ਸਾਖੀ ਦਿੱਤੀ ਗਈ ਹੈ, ਪਰ ਕੁਝ ਲੋਕ ਇਹ ਸਵਾਲ ਪੁੱਛਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇਸ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਹਨ ਕਿਉਂਕਿ ਉਹਨਾਂ ਦੇ ਕੋਲ ਵਿਸ਼ਵਾਸ ਨਹੀਂ ਕਿ ਮਸੀਹ ਅਨਸੌਂਗ ਜੀ ਪਰਮੇਸ਼ਵਰ ਹਨ। ਪਿਤਾ ਦੇ ਯੁੱਗ ਵਿੱਚ ਪਿਤਾ ਨੇ ਖੁਦ ਨੂੰ ਯਹੋਵਾ ਦੇ ਰੂਪ ਵਿੱਚ ਪ੍ਰਗਟ ਕੀਤਾ ਅਤੇ ਪੁੱਤਰ ਦੇ ਯੁੱਗ ਵਿੱਚ ਇਸ ਧਰਤੀ ਤੇ ਆ ਕੇ ਉਹਨਾਂ ਨੇ ਖੁਦ ਨੂੰ ਯੀਸ਼ੂ ਦੇ ਰੂਪ ਵਿੱਚ ਪ੍ਰਗਟ ਕੀਤਾ ਅਤੇ ਉਹ ਆਪਣੀ ਸੰਤਾਨਾਂ ਦੀ ਮੁਕਤੀ ਦੇ ਲਈ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਇੱਕ ਹੋਰ ਵਾਰ ਦੁਬਾਰਾ ਸਰੀਰ ਪਾ ਕੇ ਆਏ। 그동안 사단의 ਕੀ ਇਹ ਸਾਰੇ ਸੱਚ ਨੂੰ ਦੁਬਾਰਾ ਸਥਾਪਿਤ ਕਰਦੇ ਹੋਏ ਜਿਸ ਨੂੰ ਸ਼ੈਤਾਨ ਨੇ ਬਰਬਾਦ ਕੀਤਾ ਤੇ ਨਸ਼ਟ ਕੀਤਾ ਸੀ, 이렇게 또 ਮੁਕਤੀ ਦਾ ਰਾਹ ਖੋਲ੍ਹ ਕੇ ਸਵਰਗ ਨਹੀਂ ਗਏ? 올리고 가시지 않았습니까? 사람의 ਜੋ ਮਨੁੱਖ ਦੇ ਵਿਰੋਧ ਪਾਪ ਅਤੇ ਨਿੰਦਾ ਕਰਦੇ ਹਨ 받을 수 있는 방법. ਮਾਫ ਕੀਤੇ ਜਾ ਸਕਦੇ ਹਨ, 그러나 성령을 ਪਰ ਜੋ ਪਵਿੱਤਰ ਆਤਮਾ ਦੀ ਨਿੰਦਾ ਕਰਦੇ ਹਨ ਉਹ ਕਦੀ ਮਾਫ ਨਹੀਂ ਕੀਤੇ ਜਾ ਸਕਦੇ। 용서가 될 수가 없는 것이죠. 그건 뭐 ਬਾਈਬਲ ਸਪਸ਼ਟਤਾ ਨਾਲ ਕਹਿੰਦੀ ਹੈ ਕਿ ਇਹ ਪਾਪ ਨਾ ਤਾਂ ਇਸ ਯੁੱਗ ਵਿੱਚ 용서가 ਅਤੇ ਨਾ ਹੀ ਆਉਣ ਵਾਲੇ ਯੁੱਗ ਵਿੱਚ 성경은 ਮਾਫ ਕੀਤਾ ਜਾ ਸਕਦਾ ਹੈ। 그래서 ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਇਹਨਾਂ ਵਚਨਾਂ ਨੂੰ ਯਾਦ ਕਰਦੇ ਹੋਏ ਕਿ ਮੈਂ ਆਪਣੀ ਪੁਸਤਕ ਵਿੱਚੋਂ ਨਾਮ ਕੱਟ ਦਿਆਂਗਾ, ਇਹ ਸਮਝਣ ਦੇ ਲਈ ਕਿ ਪਰਮੇਸ਼ਵਰ ਕਿਸ ਗੱਲ ਨੂੰ ਪਾਪ ਮੰਨਦੇ ਹਨ। ਬਾਈਬਲ ਦੀਆਂ 66 ਕਿਤਾਬਾਂ ਨੂੰ ਗੌਰ ਨਾਲ ਦੇਖੋ। 지향하신 ਸਾਨੂੰ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਵਰ ਕਿਸ ਦਿਸ਼ਾ ਨੂੰ ਲੱਭਦੇ ਹਨ। 그 출애굽 ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਕੂਚ ਤੋਂ ਬਾਅਦ ਇਜ਼ਰਾਈਲੀਆਂ ਨੂੰ ਕਨਾਨ ਉੱਤੇ ਜਿੱਤ ਪ੍ਰਾਪਤ ਕਰਨ ਦਿੱਤੀ। ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਕੋਰਾਂ ਨੂੰ ਸਜ਼ਾ ਦਿੱਤੀ। 이스라엘 ਉਹ ਵੀ ਪਰਮੇਸ਼ਵਰ ਸੀ ਜਿਨ੍ਹਾਂ ਨੇ 10 ਕੱਟੜ ਵਿਸ਼ਵਾਸੀ ਜਸੂਸਾਂ ਨੂੰ ਝਿੜਕਿਆ। 징계하신 분도 우리 하나님이셨습니다. ਉਹਨਾਂ ਦਾ ਨਾਮ ਪਿਤਾ ਦੇ ਯੁੱਗ ਵਿੱਚ ਯਹੋਵਾ, 성자 시대의 ਪੁੱਤਰ ਦੇ ਯੁੱਗ ਵਿੱਚ ਯੀਸ਼ੂ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਅਨਸੌਂਗ ਜੀ ਸੀ। 이 성경 ਬਾਈਬਲ ਅਧਿਐਨ ਕਰਨ ਦਾ ਸਾਡਾ ਮੁੱਖ ਉਦੇਸ਼ ਕੀ ਹੈ? ਕੀ ਇਹ ਪਰਮੇਸ਼ਵਰ ਨੂੰ ਜਾਣਨਾ ਨਹੀਂ ਹੈ?
우리 아버지 ਸਾਡੇ ਪਿਤਾ ਜੀ ਅਤੇ ਮਾਤਾ ਜੀ ਹਰ ਚੀਜ਼ ਨੂੰ ਸਮੇਂ ਅਤੇ ਜਗ੍ਹਾ ਤੋਂ ਪਰੇ ਸੰਚਾਲਿਤ ਕਰ ਰਹੇ ਹਨ। 또 3500 ਸਾਲ ਪਹਿਲਾਂ, 2000 ਸਾਲ ਪਹਿਲਾਂ ਅਤੇ 6000 ਸਾਲ ਪਹਿਲਾਂ ਵੀ ਜਦੋਂ ਪਰਮੇਸ਼ਵਰ ਨੇ ਆਦਮ ਦੀ ਰਚਨਾ ਕੀਤੀ ਸੀ, 하나님의 것 ਉਹ ਨਿਰੰਤਰ ਸਾਨੂੰ ਪਰਮੇਸ਼ਵਰ ਦੀ ਇੱਛਾ ਦਿਖਾਉਂਦੇ ਹਨ 깨우치 ਅਤੇ ਸਾਨੂੰ ਪਰਮੇਸ਼ਵਰ ਦੀ ਇੱਛਾ ਨੂੰ ਸਮਝਣ ਵਿੱਚ ਮਦਦ ਕਰਦੇ ਹਨ। 여호와 하나님 ਪਰ 또 ਸਾਨੂੰ ਹਮੇਸ਼ਾ ਇਸ ਗੱਲ ਨੂੰ ਲੈ ਕੇ ਗਲਤਫਹਿਮੀ ਹੁੰਦੀ ਹੈ ਕਿ ਪਰਮੇਸ਼ਵਰ ਯਹੋਵਾ, ਯੀਸ਼ੂ ਅਤੇ ਮਸੀਹ ਅਨਸੌਂਗ ਜੀ ਅਲੱਗ-ਅਲੱਗ ਪਰਮੇਸ਼ਵਰ ਹਨ। 하나님을 ਪਰਮੇਸ਼ਵਰ ਦਾ ਸਹੀ ਗਿਆਨ ਨਾ ਹੋਣ ਕਰਕੇ 알아야 이 시대에 ਅਸੀਂ ਹਮੇਸ਼ਾ ਇਸ ਗੱਲ ਨੂੰ ਸਮਝਣ ਵਿੱਚ ਨਾਕਾਮ ਰਹਿੰਦੇ ਹਾਂ 하는지를 ਕਿ ਸਾਨੂੰ ਇਸ ਯੁੱਗ ਵਿੱਚ ਕਿਸ ਤਰ੍ਹਾਂ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ। 이 성경 ਪਵਿੱਤਰ ਆਤਮਾ ਦੇ ਯੁੱਗ ਵਿੱਚ ਵੀ ਇਸ ਤਰ੍ਹਾਂ ਦੇ ਮੂਰਖ ਲੋਕ ਹਨ 어머님의 ਜੋ ਸਵਰਗੀ ਮਾਤਾ ਜੀ ਦਾ ਨਿਰਾਦਰ ਕਰਦੇ ਅਤੇ ਇਨਕਾਰ ਕਰਦੇ ਹਨ। 아버지 ਪਰ ਕੀ ਪਿਤਾ ਜੀ ਨੇ ਸਪਸ਼ਟ ਤੌਰ ਤੇ ਸਵਰਗੀ ਮਾਤਾ ਜੀ ਦੀ ਗਵਾਹੀ ਨਹੀਂ ਦਿੱਤੀ? 엘리사는 ਅਲੀਸ਼ਾ ਨੇ ਏਲੀਆ ਦਾ ਪਾਲਨ ਕੀਤਾ, 모세를 따르고 ਯਹੋਸ਼ੂਆ ਨੇ ਮੂਸਾ ਦਾ ਪਾਲਨ ਕੀਤਾ, ਪਤਰਸ ਨੇ ਯੀਸ਼ੂ ਦਾ ਪਾਲਨ ਕੀਤਾ 아버지께서 ਅਤੇ ਮੈਂ ਮਾਤਾ ਜੀ ਦਾ ਪਾਲਨ ਕਰਦਾ ਹਾਂ। ਪਿਤਾ ਸਾਡੇ ਪਰਮੇਸ਼ਵਰ ਨੇ ਖੁਦ ਇਸ ਨੂੰ ਲਿਖਿਆ। ਕੋਈ ਵੀ ਪਰਮੇਸ਼ਵਰ ਦੀ ਇਸ ਇੱਛਾ ਦਾ ਵਿਰੋਧ ਨਹੀਂ ਕਰ ਸਕਦਾ। 거스릴 수가 없는 것입니다. 인류가 ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਮਨੁੱਖ ਜਾਤੀ ਨੂੰ ਆਪਣੇ ਚੋਣ ਦੇ ਨਤੀਜੇ ਦਿਖਾਏ ਕਿ ਜੇਕਰ ਤੁਸੀਂ ਇਹ ਕਰੋਗੇ ਤਾਂ ਧਨ ਹੋਵੋਗੇ ਅਤੇ ਜੇ ਨਾ ਕਰੋਗੇ ਤਾਂ ਸਰਾਪੀ ਹੋਵੋਗੇ। ਪਰ ਬਦਕਿਸਮਤੀ ਨਾਲ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜੋ ਅਜਿਹੇ ਰਾਹ ਤੇ ਚੱਲਦੇ ਹਨ ਜੋ ਉਹਨਾਂ ਉੱਤੇ ਸਰਾਪ ਲਿਆਉਂਦਾ ਹੈ। ਕੋਰਾ, ਆਕਾਨ ਅਤੇ ਯਹੂਦਾ ਇਸਕਰੀਓਤੀ ਦੀ ਕਹਾਣੀ ਚੰਗੀ ਨਾ ਹੋਣ ਤੇ ਵੀ ਬਾਈਬਲ ਵਿੱਚ ਕਿਉਂ ਲਿਖੀ ਗਈ ਹੈ? 그런 내용들이 성경에 왜 다 담겨 있을까? 그 이유를 ਇਸ ਦਾ ਕਾਰਨ ਪਹਿਲਾ ਕੁਰਿੰਥੀਓ ਅਧਿਆਇ 10 ਵਿੱਚ ਲੱਭਿਆ ਜਾ ਸਕਦਾ ਹੈ। 너희는 ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾ ਨਾ ਕਰੀਏ ਜਿਵੇਂ ਉਹਨਾਂ ਨੇ ਕਾਮਨਾ ਕੀਤੀਆਂ ਸਨ। 내 아버지 ਇਸ ਸਾਲ ਆਓ ਅਸੀਂ ਪਿਤਾ ਅਤੇ ਮਾਤਾ ਜੀ ਨੂੰ ਹੋਰ ਜ਼ਿਆਦਾ ਖੁਸ਼ੀ ਅਤੇ ਮਹਿਮਾ ਦੇਈਏ 되시고 우리 모든 ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ ਪਾਉਣ ਦਾ ਰਾਹ ਦਿਖਾਇਆ ਹੈ। 주셨는데 그 축복이 ਇਸ ਲਈ ਆਓ ਅਸੀਂ ਉਹਨਾਂ ਰਾਹਾਂ ਤੋਂ 그런 일이 ਗੁੰਮਰਾਹ ਨਾ ਹੋਈਏ। 환도뼈 ਇਸ ਸਾਲ ਭਾਵੇਂ ਸਾਨੂੰ ਪੱਟ ਦੀ ਨਸ ਚੜ ਜਾਣ ਦੇ ਦਰਦ ਦਾ ਅਹਿਸਾਸ ਹੋਵੇ, ਆਓ ਅਸੀਂ ਸਵਰਗੀ ਆਸ਼ੀਸ਼ ਪਾਉਣ ਲਈ ਦ੍ਰਿੜ ਇਰਾਦਾ ਬਣੀਏ। ਇਸ ਸੰਕਲਪ ਨਾਲ ਆਓ ਅਸੀਂ ਇਸ ਸਾਲ ਨੂੰ ਖੁਸ਼ਖਬਰੀ ਦੇ ਬਹੁਤੇ ਚੰਗੇ ਨਤੀਜੇ ਨਾਲ ਭਰੀਏ ਜੋ ਪਿਤਾ ਜੀ ਅਤੇ ਮਾਤਾ ਜੀ ਦੇ ਪਿਆਰ ਅਤੇ ਆਸ਼ੀਸ਼ ਦੇ ਯੋਗ ਹੈ। 하나님 ਪਰਮੇਸ਼ਵਰ ਦੀ ਰਚਨਾ ਕੀਤੀਆਂ ਹੋਈਆਂ ਸਾਰੀਆਂ ਵਸਤੂਆਂ ਵਿੱਚੋਂ 나무가 ਰੁੱਖਾਂ ਦੇ ਵਾਧੇ ਦੇ ਰਿੰਗ ਇਸ ਤਰ੍ਹਾਂ ਦੇ ਨਿਸ਼ਾਨ ਛੱਡਦੇ ਹਨ 자기가 어떻게 ਜਿਨ੍ਹਾਂ ਤੋਂ ਇਹ ਜਾਣਿਆ ਜਾ ਸਕਦਾ ਹੈ ਕਿ ਉਹ ਆਪਣਾ ਜੀਵਨ ਕਿਸ ਤਰ੍ਹਾਂ ਜਿਉਂਦੇ ਸੀ। ਸਾਡੀਆਂ ਆਤਮਾਵਾਂ ਉੱਤੇ ਵੀ ਵਾਧੇ ਦੇ ਰਿੰਗ ਹਨ ਅਤੇ ਉਹ ਇਹ ਦਿਖਾਉਂਦੇ ਹਨ ਕਿ ਅਸੀਂ ਪਿਛਲਾ ਸਾਲ ਕਿਸ ਤਰ੍ਹਾਂ ਗੁਜ਼ਾਰਿਆ। ਅਸੀਂ ਇਹ ਭੁੱਲ ਸਕਦੇ ਹਾਂ ਕਿ ਸਾਡੇ ਕੋਲ ਕਿਸ ਤਰ੍ਹਾਂ ਦੇ ਵਿਚਾਰ ਸੀ, 어떤 믿음을 갖고 ਕਿਸ ਤਰ੍ਹਾਂ ਦਾ ਵਿਸ਼ਵਾਸ ਸੀ 드리고 ਅਤੇ ਪਿਛਲੇ 1 ਸਾਲ ਵਿੱਚ 지나면 또 ਅਸੀਂ ਕਿੰਨੀ ਮਿਹਨਤ ਕੀਤੀ ਸੀ। 은혜가 ਵਾਧੇ ਦੇ ਰਿੰਗ ਤੋਂ ਇਹ ਸਪਸ਼ਟ ਹੁੰਦਾ ਹੈ 홍수가 났고 ਕਿ ਕਿਸ ਸਾਲ ਸੋਕਾ ਪਿਆ ਸੀ, ਕਿਸ ਸਾਲ ਹੜ੍ਹ ਆਇਆ ਸੀ, ਕਿਸ ਸਾਲ ਪਹਾੜ ਉੱਤੇ ਅੱਗ ਲੱਗੀ ਸੀ ਆਦਿ। ਇਹ ਸਭ ਵਿਕਾਸ ਦੇ ਰਿੰਗ ਵਿੱਚ ਦਰਜ ਹੈ। 우리 영혼 ਸਾਨੂੰ ਇਸ ਗੱਲ ਨੂੰ ਮਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਆਤਮਾਵਾਂ ਦੇ ਵੀ ਵਾਧੇ ਦੇ ਰਿੰਗ ਹਨ 지난 날에 ਕਿਉਂਕਿ ਪਰਮੇਸ਼ਵਰ ਨੇ ਕਿਹਾ 하나님께서 ਕਿ ਮੈਂ ਨਵੇਂ ਨੇਮ ਦੇ ਦੁਆਰਾ ਤੁਹਾਡੇ ਪਿਛਲੇ ਪਾਪਾਂ ਅਤੇ ਗਲਤ ਕੰਮਾਂ ਨੂੰ ਮਾਫ ਕਰਾਂਗਾ। 지난 모든 ਪਰਮੇਸ਼ਵਰ ਪਿਛਲੀ ਸਾਰੀ ਗੱਲਾਂ ਨੂੰ ਮਾਫ ਕਰਨਗੇ। 이 한 해는 ਇਸ ਸਾਲ ਆਓ ਅਸੀਂ ਆਪਣੇ ਆਤਮਿਕ ਵਾਧੇ ਦੇ ਰਿੰਗ ਵਿੱਚ ਇਸ ਤਰ੍ਹਾਂ ਦੇ ਨਿਸ਼ਾਨ ਛੱਡੀਏ ਜਿਸ ਤੋਂ ਇਹ ਸਪਸ਼ਟ ਹੋਵੇ ਕਿ ਅਸੀਂ ਆਪਣਾ ਜੀਵਨ ਪਿਤਾ ਅਤੇ ਮਾਤਾ ਜੀ ਦੀ ਮਹਿਮਾ ਲਈ ਗੁਜ਼ਾਰਿਆ ਅਤੇ ਉਹਨਾਂ ਦੀ ਸੁਣੀ। ਅੱਜ ਦੀ ਪ੍ਰਾਰਥਨਾ ਵਿੱਚ ਮਾਤਾ ਜੀ ਨੇ ਕਿਹਾ, 지극히 ਤੁਸੀਂ ਜੋ ਮੇਰੇ ਇਹਨਾਂ ਵਿੱਚੋਂ ਛੋਟੇ ਤੋਂ ਛੋਟੇ ਦੇ ਲਈ ਕੀਤਾ ਉਹ ਮੇਰੇ ਹੀ ਨਾਲ ਕੀਤਾ। ਕਿ ਇਹ ਵਚਨ ਮੱਤੀ ਅਧਿਆਇ 25 ਵਿੱਚੋਂ ਨਹੀਂ ਹੈ? 내 형 ਜਦ ਤੁਸੀਂ ਮੇਰੇ ਇਹਨਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ। ਪਰਮੇਸ਼ਵਰ ਨੇ ਇਹਨਾਂ ਸ਼ਬਦਾਂ ਨੂੰ ਕਿਸੇ ਤਰ੍ਹਾਂ ਦੇ ਦਾਰਸ਼ਨਿਕ ਹਵਾਲੇ ਵਜੋਂ ਨਹੀਂ ਛੱਡਿਆ। ਪ੍ਰਕਾਸ਼ ਦੀ ਪੋਥੀ ਵਿੱਚ ਵੀ ਪਰਮੇਸ਼ਵਰ ਨੇ ਕਿਹਾ, ਮੈਂ ਤੁਹਾਨੂੰ ਹਰੇਕ ਨੂੰ ਆਪਣੇ ਕੰਮਾਂ ਦੇ ਅਨੁਸਾਰ ਬਦਲਾ ਦਿਆਂਗਾ। ਕਿਉਂਕਿ ਬਾਈਬਲ ਕਹਿੰਦੀ ਹੈ ਕਿ ਸਾਡੇ ਸਾਰੇ ਕੰਮ ਸਵਰਗੀ ਜੀਵਨ ਦੀ ਕਿਤਾਬ ਵਿੱਚ ਲਿਖੇ ਗਏ ਹਨ। 영적으로 ਇਸ ਲਈ ਆਓ ਅਸੀਂ ਕਰੋਨਾ ਵਿਸ਼ਵ ਮਹਾਮਾਰੀ ਦੌਰਾਨ ਵੀ ਪਰਮੇਸ਼ਵਰ ਦੇ ਦਿੱਤੇ ਹੋਏ ਮਿਸ਼ਨ ਨੂੰ ਅੰਜਾਮ ਦੇਣ ਦੀ 하나님의 것 ਹਰ ਕੋਸ਼ਿਸ਼ ਕਰੀਏ। 이 사명 ਆਓ ਅਸੀਂ ਆਤਮਿਕ ਅਤੇ ਸ਼ਾਰੀਰਿਕ ਦੋਨੋਂ ਰੂਪ ਨਾਲ ਧਨ ਜੀਵਨ ਗੁਜ਼ਾਰਦੇ ਹੋਏ ਆਪਣੇ ਵਾਅਦੇ ਦੇ ਰਿੰਗ ਉੱਤੇ ਸੁੰਦਰ ਰਿਕਾਰਡ ਨੂੰ ਉਕਾਰੀਏ। 그렇게 ਇਸ ਤਰ੍ਹਾਂ ਕਰਦੇ ਹੋਏ ਆਓ ਅਸੀਂ ਇਸ ਸਾਲ ਪਿਤਾ ਅਤੇ ਮਾਤਾ ਜੀ ਦੀ ਹੋਰ ਜ਼ਿਆਦਾ ਮਹਿਮਾ ਕਰੀਏ। ਇਸ ਦੇ ਦੁਆਰਾ ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।